अपना पंजाब के दर्शकों को सुभाष शर्मा का नमस्कार आदाब ते सत श्री अकाल। प्रोग्राम लैके हाजिर होए हैं अज के मुद्दे। प्रोग्राम शुरू करिए उस तो पहला आओ पहला आप स्वागत करते हैं साढ़े मेहमानों का। मेरे इस तरह बैठे सरदार गुरदेव सिंह चौहान ने, उगे साहित्यकार ते राइटर ने, और परले पासे हमेशा की तरह मेरे नाल ये होस्ट करते हैं सरदार इंद्रदीप सिंह जी। और स्वागत, सत श्री अकाल जी। सत श्री अकाल। दर्शकों, जिस तरह सारिਆਂ पता कि पंजाब दे विच और हिंदुस्तान के 5 स्टेटां दे विच असैंबली इलैक्शन होने जा रहे हैं और बड़ा घमासान लगा कैंडिडेटां विच, पोलीटिकल पार्टियां दूषणबाजियां, करैक्टर असैसीनेशन और तरह तरह के अजीबो गरीब जिहियां गल्लां वेखण नूं मिल रही। और जो जो साडा देश तरक्की करता जा रहा है जां अगांह वधदा जा रहा है, त्यों त्यों साडी डेमोक्रेसी का, साडियां पोलीटिकल पार्टियां का और साडे सियासी नेतावां का म्यार थल्ले जा रहा है। लोग कन्फ्यूजन च ने कि की करिए ते ना की करिए, अनऑर्गेनाइज ने। पिछले हफ्ते असी प्रोग्राम किया सी, ਉਹਦੇ ਵਿੱਚ ਸਾਨੂੰ ਦਰਸ਼ਕਾਂ ਦੇ ਟੈਲੀਫੋਨ ਹੀ ਮੈਨੂੰ ਆਏ ਕਿ ਤੁਹਾਡਾ ਭਾਵ ਡੈਮੋਕ੍ਰੇਸੀ ਤੋਂ ਕੀ ਭਾਵ ਹੈ ਜੀ। ਜਦੋਂ ਤੁਸੀਂ ਸੀਐਮ ਦੀ ਗੱਲ ਕਰਦੇ ਜੇ, ਆਪਣੀਆਂ ਪੋਲੀਟੀਕਲ ਪਾਰਟੀਆਂ ਵੀ ਸੀਐਮ ਫੇਸ ਆਪਾਂ ਡਿਕਲੇਅਰ ਕਰੀਏ, ਤੇ ਤੁਸੀਂ ਕਿਹਾ ਜੀ ਡੈਮੋਕ੍ਰੇਸੀ ਇਹਦੇ ਨਾਲ ਜਿਹੜੀ ਆ ਉਹ ਝਲਕਦੀ ਨਹੀਂ, ਉਹ ਡੈਮੋਕ੍ਰੇਸੀ ਉੱਤੇ ਸੱਟ ਹੈ, ਸੰਵਿਧਾਨ ਦੇ ਜਿਹੜੇ ਪ੍ਰੋਸੈਸ ਨੇ ਉਹਦੇ ਉੱਤੇ ਸੱਟ ਹੈ। आओ ਆਪਾਂ ਸਰਦਾਰ ਇੰਦਰਦੀਪ ਹੋਰਾਂ ਕੋਲ ਪੁੱਛਦੇ ਹਾਂ कि ਇਹਦਾ ਕੀ मतलब है। लोग जे सानू ਸਰੋਤੇ ਜਾਂ ਦਰਸ਼ਕ ਸਾਨੂੰ ਪੁੱਛ ਰਹੇ ਨੇ ਵੀ ਡੈਮੋਕ੍ਰੇਸੀ ਜਿਹੜੀ ਆ ਉਹ ਗਾਇਬ ਹੈ ਪੋਲੀਟੀਕਲ ਪਾਰਟੀਆਂ ਦੇ ਪ੍ਰੋਸੈਸ ਚੋਂ, ਕੈਂਡੀਡੇਟ ਪ੍ਰੋਸੈਸ ਕਰਨ ਚੋਂ। ਹਮੇਸ਼ਾ ਦੀ ਤਰ੍ਹਾਂ ਅੱਗੇ ਲੋਕ ਚੁਣਦੇ ਸੀ ਔਰ ਐਮਐਲਏ ਚੁਣਦੇ ਸੀ, ਜਿਹੜਾ ਲੀਡਰ ਹੁੰਦਾ ਸੀ ਹਾਊਸ ਦਾ, ਜਿਹੜੀ ਵਿਨਿੰਗ ਪਾਰਟੀ ਹੁੰਦੀ ਸੀ। ਹੁਣ ਪਹਿਲਾਂ ਫੇਸ ਕਰਨਾ ਜਾ ਰਿਹਾ ਇੱਕ ਡੈਮੋਕ੍ਰੇਸੀ ਕਿੱਧਰ ਨੂੰ ਜਾ ਰਹੀ ਹੈ ਔਰ ਇਹਦਾ ਹੱਲ ਕੀ ਹੈ। ਇਹਦੇ ਬਾਰੇ ਸਰਦਾਰ ਇੰਦਰ ਸਿੰਘ ਦੱਸੋ। देखो शर्मा जी, ਜਿਹੜਾ ਇਹ ਗੱਲ ਤੁਸੀਂ ਬਿਲਕੁਲ ਠੀਕ ਕਹੀ ਹੈ ਕਿ ਕੁਝ ਸਾਲਾਂ ਤੋਂ ਇੱਕ ਟ੍ਰੈਂਡ ਬਣ ਗਿਆ ਹੈਗਾ ਕਿ ਜਦੋਂ ਵੀ ਇਲੈਕਸ਼ਨਾਂ ਹੋਣ, ਭਾਵੇਂ ਉਹ ਪਾਰਲੀਮੈਂਟ ਦੀ ਹੋਏ ਤੇ ਭਾਵੇਂ ਰਾਜਾਂ ਦੀ ਹੋਏ, ਲੋਕਾਂ ਵੱਲੋਂ ਜਾਂ ਪੋਲੀਟੀਕਲ ਪਾਰਟੀਆਂ ਵੱਲੋਂ ਇਸ ਗੱਲ ਦੀ ਮੰਗ ਕੀਤੀ ਜਾਂਦੀ ਹੈ ਕਿ ਫਲਾਣੀ ਪਾਰਟੀ ਦਾ ਪ੍ਰਾਈਮ ਮਿਨਿਸਟਰ ਕੈਂਡੀਡੇਟ ਕਿਹੜਾ ਹੋਏਗਾ, ਫਲਾਣੇ ਪ੍ਰਾਂਤ ਦੇ ਵਿੱਚ, ਸਟੇਟ ਦੇ ਵਿੱਚ ਕਿਹੜਾ ਸੀਐਮ ਦਾ ਚਿਹਰਾ ਹੋਏਗਾ। ਹੁਣ ਵੀ ਤੁਸੀਂ ਰੀਸੈਂਟਲੀ ਸੁਣਿਆ ਹੋਣਾ ਕਿ ਕੇਜਰੀਵਾਲ ਦੀ ਜਿਹੜੀ ਆਮ ਪਾਰਟੀ ਹੈ ਉਹਦੇ ਸੀਐਮ ਦੇ ਪੰਜਾਬ ਦੇ ਚਿਹਰੇ ਬਾਰੇ ਬੜੀ ਕੰਟਰੋਵਰਸੀ ਚੱਲੀ ਔਰ ਬੜੇ ਹੀ ਕੰਟਰੋਵਰਸੀ ਤੋਂ ਬਾਅਦ ਜਿਹੜਾ ਹੈਗਾ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਡਿਕਲੇਅਰ ਕੀਤਾ ਗਿਆ। ਇਸੇ ਤਰੀਕੇ ਨਾਲ ਜਿਹੜੀ ਕੰਟਰੋਵਰਸੀ ਹੈ ਉਹ ਬਿਲਕੁਲ ਕਿਸੇ ਤਰੀਕੇ ਦੀ ਜਿਹੜੀ ਆ ਨਹੀਂ ਰਹੀ ਹੈਗੀ, ਕਿਉਂਕਿ ਸਾਰਿਆਂ ਨੂੰ ਪਤਾ ਹੈਗਾ ਕਿ ਜਿਹੜੀ ਆਪਣੀ ਅਕਾਲੀ ਦਲ ਹੈ ਇਹਦੇ ਜਿਹੜੇ ਨੇਤਾ ਸਰ ਸੁਖਬੀਰ ਸਿੰਘ ਬਾਦਲ ਹੈ ਉਹਨਾਂ ਬਾਰੇ ਇਹ ਸਪਸ਼ਟ ਹੈਗਾ ਕਿ ਹੀ ਇਜ਼ ਗੋਇੰਗ ਟੂ ਬੀ ਦਾ ਸੀਐਮ ਚੇਅਰ ਫੇਸ। ਪਰ ਇਹਦੇ ਨਾਲ ਜਦੋਂ ਦੇ ਸਰ ਪ੍ਰਕਾਸ਼ ਸਿੰਘ ਬਾਦਲ ਮੈਦਾਨ 'ਚ ਆ ਗਏ ਆ, ਲੋਕਾਂ ਦੇ ਮਨ ਵਿੱਚ ਫੇਰ ਖਸ਼ਦਾ ਜਿਹੜਾ ਹੈ ਉਹ ਪੈਦਾ ਹੋ ਗਿਆ ਕਿ ਕੀ ਸੁਖਬੀਰ ਸਿੰਘ ਬਾਦਲ ਇਸ ਵਾਰੀ ਵੀ ਸ਼ਾਇਦ ਜਿਹੜੀ ਉਹਨਾਂ ਦਾ ਇੱਕ ਲਾਈਫ ਡ੍ਰੀਮ ਹੈ ਕਿ ਮੈਂ ਚੀਫ ਮਿਨਿਸਟਰ ਬਣ ਜਾਵਾਂਗਾ ਸਟੇਟ ਆਫ ਪੰਜਾਬ ਦਾ, ਉਹ ਕਿਤੇ ਖੁੰਝ ਤਾਂ ਨਹੀਂ ਜਾਏਗਾ। ਹੁਣ ਲੈ ਲਓ ਕਿ ਕਾਂਗਰਸ ਪਾਰਟੀ ਦੇ ਵਿੱਚ ਜਦੋਂ ਦਾ ਚੰਨੀ ਸਾਹਿਬ ਨੂੰ, ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਸੀਐਮ ਬਣਾਇਆ ਪੰਜਾਬ ਦਾ, ਉਹਨਾਂ ਨੂੰ ਜਦੋਂ ਜਿਹੜੀ ਪਾਰਟੀ ਆ ਉਹਨੇ ਸਿਲੈਕਟ ਕੀਤਾ, ਉਦੋਂ ਤੋਂ ਹੀ ਸੀਐਮ ਦੇ ਚਿਹਰੇ ਦੀ ਜਿਹੜੀ ਕੰਟਰੋਵਰਸੀ ਹੈਗੀ ਆ ਉਹ ਪੰਜਾਬ ਦੇ ਵਿੱਚ ਬੜੀ ਬੁਰੀ ਤਰ੍ਹਾਂ ਭਖੀ ਹੋਈ ਹੈ। ਇੱਥੋਂ ਤੱਕ ਕਿ ਜਦੋਂ ਪਾਰਟੀ ਦੇ ਸੀਨੀਅਰ ਜਿਹੜੇ ਲੀਡਰ ਹੈ ਮਿਸਟਰ ਰਾਹੁਲ ਗਾਂਧੀ ਜਦੋਂ ਪੰਜਾਬ ਦੇ ਦੌਰੇ ਤੇ ਆਏ, ਉਸ ਟਾਈਮ ਦੌਰਾਨ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਪੰਜਾਬ ਜਿਹੜੀ ਪ੍ਰਦੇਸ਼ ਕਾਂਗਰਸ ਆ ਉਹਦੇ ਪ੍ਰਧਾਨ ਹੈ, ਤੇ ਜਿਹੜਾ ਸੀਐਮ ਚੰਨੀ, ਇਹਨਾਂ ਦੋਵਾਂ ਵੱਲੋਂ ਸੀਐਮ ਦੇ ਚਿਹਰੇ ਅਨਾਉਂਸ ਕਰਨ ਦੀ ਮੰਗ ਕੀਤੀ ਗਈ। ਹਾਲਾਂਕਿ ਦੇਖੋ ਸਿੱਧੂ ਬਾਰੇ, ਸਿੱਧੂ ਜਿੱਦਾਂ ਆਪਾਂ ਨੂੰ ਪਤਾ ਹੈ ਕਿ ਇਹ ਐਂਬੀਸ਼ਨ ਰੱਖਦਾ ਹੈਗਾ ਕਿ ਮੈਂ ਸਟੇਟ ਦਾ ਚੀਫ ਮਿਨਿਸਟਰ ਬਣਾ। ਐਂਬੀਸ਼ਨ ਸਾਰੇ ਰੱਖਦੇ, ਕਈ ਬੰਦੇ ਲੈ ਗਏ
ਔਰ ਚਲੋ ਜਿਹਨੇ ਜ਼ਿਆਦਾ ਪਰਮਨੈਂਟਲੀ ਇਸ ਬਾਰੇ ਚਰਚਾ ਕੀਤੀ ਹੈਗੀ ਆ, ਬਾਕੀ ਮੈਂ ਕਹਿੰਦਾ ਕਿ ਹਰ ਬੰਦਾ ਹੀ ਚਾਹੁੰਦਾ ਕਿ ਮੈਂ ਸੀਐਮ ਬਣ ਜਾਵਾਂ, ਯੂ ਨੋ ਲੀਵ ਅਸਾਈਡ ਕਿ ਵੀ ਉਹ ਐਮਐਲਏ ਵੀ ਨਾ ਵੀ ਹੋਏ ਤਾਂ ਵੀ ਉਹ ਰੱਖਦਾ, ਕਿਉਂਕਿ ਪਾਵਰ ਮਿਲਦੀ ਆ ਉਹਦੇ ਨਾਲ। ਬਟ ਐਟ ਦੀ ਸੇਮ ਟਾਈਮ ਜਿੱਦਾਂ ਆਪਣੇ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ, ਉਸੇ ਤਰੀਕੇ ਨਾਲ ਜਿਹੜਾ ਚੰਨੀ ਸਾਹਿਬ ਹੈ, ਹਾਲਾਂਕਿ ਆਲਰੇਡੀ ਉਹ ਚੀਫ ਮਿਨਿਸਟਰ ਹੈਗੇ ਆ, ਉਹਨਾਂ ਵੱਲੋਂ ਇਹਦੇ ਬਾਵਜੂਦ ਮੰਗ ਕੀਤੀ ਗਈ ਕਿ ਤੁਸੀਂ ਸੀਐਮ ਦਾ ਚਿਹਰਾ ਅਨਾਉਂਸ ਕਰੋ ਨੈਕਸਟ ਇਲੈਕਸ਼ਨ ਵਾਸਤੇ। ਹਾਲਾਂਕਿ ਇੱਕ ਜਿਹੜਾ ਸਿਟਿੰਗ ਸੀਐਮ ਹੋਏ ਉਦੋਂ ਵੱਲੋਂ ਇਸ ਤਰ੍ਹਾਂ ਦੀ ਮੰਗ ਕਰਨੀ ਬੜੀ ਮੰਦਭਾਗੀ ਹੈ, ਮੈਂ ਕਹਾਂਗਾ ਇਲੌਜੀਕਲ ਲੱਗਦਾ ਹੈ ਕਿ ਤੁਸੀਂ ਆਪਣੀ ਪੋਜੀਸ਼ਨ ਦੇ ਉੱਤੇ ਹੀ ਕਿਸੇ ਦੀ ਜਿੱਥੇ ਕਿ ਪਹਿਲਾਂ ਮੋਹਰ ਲੱਗ ਚੁੱਕੀ ਆਲਰੇਡੀ, ਠੀਕ ਹੈ, ਉਹਦੇ ਬਾਰੇ ਤੁਸੀਂ ਚਰਚਾ ਛੇੜ ਕੇ ਜਿਹੜੇ ਪਾਰਟੀ ਦੇ ਬਹੁਤ ਪ੍ਰਮੁੱਖ ਨੇਤਾ ਮਿਸਟਰ ਰਾਹੁਲ ਗਾਂਧੀ ਉਹ ਤੋਂ ਤੁਸੀਂ ਪਰਮਿਸ਼ਨ ਲੈ ਰਹੇ ਹੋ, ਅਜਾਰਾਦਾਰੀ ਸਾਬਤ ਕਰਨਾ ਚਾਹੁੰਦੇ ਹੋ। ਔਰ ਮੈਨੂੰ ਇਹ ਜਿਹੜੀ ਗੱਲ ਹੈਗੀ ਆ ਬੜੀ ਅਜੀਬ ਲੱਗੀ। ਬੁੱਧੀਜੀਵੀ ਸਾਰੇ ਬੁੱਧੀਜੀਵੀਆਂ ਨੂੰ ਚੰਗੀ ਲੱਗੀ ਗੱਲ ਇਹ, ਹਾਂਜੀ ਸਾਰੇ ਬੁੱਧੀਜੀਵੀਆਂ ਨੂੰ ਇਹ ਗੱਲ ਨਹੀਂ ਚੰਗੀ ਲੱਗੀ, ਇਹ ਗੱਲ ਨਹੀਂ ਚੰਗੀ ਲੱਗੀ ਜਿਹੜੇ ਸੋਚ ਰੱਖਦੇ ਆ। ਹੁਣ ਸ਼ਰਮਾ ਜੀ ਜਿਹੜੀ ਗੱਲ ਹੈ ਜਿਹਦੇ ਬਾਰੇ ਤੁਹਾਨੂੰ ਫੋਨ ਵੀ ਆਏ, ਮੈਨੂੰ ਫੋਨ ਵੀ ਆਏ ਲੋਕਾਂ ਦੇ, ਕਿ ਉਹ ਜਾਣਨਾ ਚਾਹੁੰਦੇ ਵੀ ਇਹ ਮਸਲਾ ਹੈ ਕੀ। ਬਿਲਕੁਲ ਇਹ ਤਾਂ ਨਹੀਂ ਕਿ ਲੋਕ ਦੇਖੋ, ਜੇ ਆਪਾਂ ਕੁਝ ਦਹਾਕੇ ਪਿੱਛੇ ਜਾਈਏ ਤਾਂ ਨਾ ਤਾਂ ਕਦੀ ਪ੍ਰਾਈਮ ਮਿਨਿਸਟਰ ਦੇ ਚਿਹਰੇ ਬਾਰੇ ਪੁੱਛਿਆ ਜਾਂਦਾ ਸੀ, ਠੀਕ ਹੈ, ਤੇ ਨਾ ਹੀ ਸੀਐਮ ਦੇ ਚਿਹਰੇ ਬਾਰੇ ਪੁੱਛਿਆ ਜਾਂਦਾ ਸੀ। ਇਹ ਕਿਹਾ ਜਾਂਦਾ ਸੀ ਕਿ ਜਿਹੜੀ ਐਮਐਲਏ ਜਾਂ ਐਮਪੀ ਜਿਹੜੇ ਐ ਸਿਲੈਕਟ ਕਰ ਦੇਣਗੇ ਜਿਹੜੇ ਬੰਦੇ ਨੂੰ, ਠੀਕ ਹੈ, ਉਹ ਭਾਵੇਂ ਐਮਐਲਏ ਹੈ ਜਾਂ ਐਮਪੀ ਹੈ, ਠੀਕ ਹੈ, ਇਰਰਿਸਪੈਕਟਿਵ ਆਫ ਦੈਟ ਹੀ ਇਜ਼ ਗੋਇੰਗ ਟੂ ਬੀ ਦਾ ਹੈਡ ਆਫ ਦਾ ਗਵਰਨਮੈਂਟ, ਯੈਸ, ਭਾਵੇਂ ਸਟੇਟ ਦੀ ਹੈ ਭਾਵੇਂ ਸੈਂਟਰ ਦੀ ਹੈ, ਠੀਕ ਹੈ। ਪਰ ਹੁਣ ਕੀ ਹੋਇਆ ਹੈ ਕਿ ਕੁਝ ਦਹਾਕਿਆਂ ਤੋਂ ਇੱਕ ਟ੍ਰੈਂਡ ਬਣ ਗਿਆ, ਠੀਕ ਹੈ। ਮੈਨੂੰ ਜਦੋਂ ਇਹ ਟ੍ਰੈਂਡ ਬਾਰੇ ਮੈਂ ਗੱਲ ਕਰਦਾ ਤੇ ਮੈਨੂੰ ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਟ੍ਰੈਂਡ ਦੀ ਜਿਹੜੀ ਸ਼ੁਰੂਆਤ ਹੈਗੀ ਆ ਉਹ ਅਮਰੀਕਾ ਤੋਂ ਹੋਈ, ਠੀਕ। ਹੁਣ ਅਮਰੀਕਾ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਚੁਣਿਆ ਜਾਂਦਾ ਹੈ, ਠੀਕ ਹੈ ਜੀ, ਉਹ ਜਿਹੜਾ ਪ੍ਰੈਜ਼ੀਡੈਂਟ ਹੈਗਾ ਉਹ ਗਵਰਨਮੈਂਟ ਦਾ ਵੀ ਪ੍ਰੈਜ਼ੀਡੈਂਟ ਹੈ, ਸਰਕਾਰ ਦਾ ਵੀ ਉਹ ਮਤਲਬ ਕਿ ਐਗਜ਼ੈਕਟਿਵ ਹੈਡ ਹੈ, ਗਵਰਨਮੈਂਟ ਦਾ ਵੀ ਹੈਡ ਹੈ ਤੇ ਸਟੇਟ ਦਾ ਵੀ ਹੈਡ ਹੈ, ਠੀਕ, ਠੀਕ ਹੈ। ਉੱਥੇ ਜਿਹੜਾ ਸਿਸਟਮ ਹੈਗਾ ਇਲੈਕਸ਼ਨ ਦਾ ਉਹ ਡਾਇਰੈਕਟ ਇਲੈਕਸ਼ਨ ਦਾ ਸਿਸਟਮ ਹੈ, ਜਿਹਦੇ ਵਿੱਚ ਤੁਸੀਂ ਡਾਇਰੈਕਟਲੀ ਚੂਜ਼ ਕਰਦੇ ਹੋ, ਇਹ ਲੋਕ ਭੁੱਲ ਜਾਂਦੇ ਆ, ਪ੍ਰੈਜ਼ੀਡੈਂਟ ਨੂੰ ਵੀ ਚੂਜ਼ ਕਰਦੇ ਹੋ, ਠੀਕ ਹੈ, ਤੇ ਜਿਹੜੇ ਸੈਨੇਟ ਦੇ ਮੈਂਬਰ ਹੈਗੇ ਆ, ਹਾਊਸ ਆਫ ਰਿਪਰੈਜ਼ੈਂਟੇਟਿਵ ਨੂੰ ਵੀ ਚੂਜ਼ ਕਰਦੇ ਹੋ, ਠੀਕ ਹੈ। ਜਦੋਂ ਕਿ ਇੰਡੀਆ ਦੇ ਵਿੱਚ ਇਨਡਾਇਰੈਕਟ ਸਿਸਟਮ ਹੈ ਜਿਹੜਾ ਸਿਲੈਕਸ਼ਨ ਦਾ, ਜਿਹੜੇ ਕਿ ਭੁੱਲ ਰਹੇ ਜਿਹੜੀ ਚੀਜ਼, ਠੀਕ ਹੈ ਜੀ। ਔਰ ਇਹਦੇ ਵਿੱਚ ਇਨਡਾਇਰੈਕਟ ਤੋਂ ਕੀ ਮਤਲਬ ਹੈ ਕਿ ਪਹਿਲਾਂ ਲੋਕ ਐਮਐਲਏ ਚੁਣਦੇ ਆ, ਐਮਐਲਏ ਤੋਂ ਬਾਅਦ ਚੀਫ ਮਿਨਿਸਟਰ ਚੁਣਿਆ ਜਾਂਦਾ, ਠੀਕ। ਇਹ ਨਹੀਂ ਹੁੰਦਾ ਕਿ ਚੀਫ ਮਿਨਿਸਟਰ ਤੁਸੀਂ ਪਹਿਲਾਂ ਚੁਣ ਲਓ, ਠੀਕ ਹੈ, ਔਰ ਬਾਅਦ ਦੇ ਵਿੱਚ ਉਹਦੀ ਜਿਹੜੀ ਹੈ ਐਮਐਲਏ ਉਹਨੂੰ ਵੈਲੀਡੇਟ ਕਰਨਾ, ਐਮਐਲਏ ਬਾਅਦ ਚ ਬਣੋ, ਠੀਕ ਹੈ ਜੀ। ਸੋ ਇਹ ਜਿਹੜਾ ਪ੍ਰੋਸੈਸ ਹੈਗਾ ਮੈਨੂੰ ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਅਮਰੀਕਾ ਦੇ ਪ੍ਰਭਾਵ ਥੱਲੇ ਇਹ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ, ਠੀਕ। ਹੁਣ ਜਿਹੜੀ ਗੱਲ ਹੁਣ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜਾ ਅਮਰੀਕਾ ਦਾ ਸਿਸਟਮ ਹੈ ਉਹ ਪ੍ਰੈਜ਼ੀਡੈਂਸ਼ੀਅਲ ਸਿਸਟਮ ਆਫ ਡੈਮੋਕ੍ਰੇਸੀ ਹੈ, ਸਾਡਾ ਪਾਰਲੀਮੈਂਟਰੀ ਸਿਸਟਮ ਆਫ ਡੈਮੋਕ੍ਰੇਸੀ ਹੈ, ਜਿਹਦੇ ਵਿੱਚ ਪ੍ਰੈਜ਼ੀਡੈਂਟ ਜਿਹੜਾ ਹੈਗਾ ਉਹ ਸੈਰੇਮੋਨੀਅਲ ਹੈਡ ਹੁੰਦਾ, ਉਹ ਸਟੇਟ ਦਾ ਹੈਡ ਹੈ, ਠੀਕ ਹੈ। ਪ੍ਰਾਈਮ ਮਿਨਿਸਟਰ ਜਿਹੜਾ ਗਵਰਨਮੈਂਟ ਦਾ ਹੈਡ ਹੈ, ਔਰ ਜਿਹੜੇ ਪ੍ਰਾਈਮ ਮਿਨਿਸਟਰ ਹੈਗਾ ਉਹ ਪਾਰਲੀਮੈਂਟ ਨੂੰ ਅਕਾਊਂਟੇਬਲ ਹੈ, ਠੀਕ ਹੈ। ਜਦੋਂ ਕਿ ਜਿਹੜਾ ਪ੍ਰੈਜ਼ੀਡੈਂਟ ਆਫ ਅਮਰੀਕਾ ਹੈਗਾ ਉਹ ਇਕੱਲਾ ਹੀ ਹੈ, ਠੀਕ ਹੈ, ਉਹਦੇ ਨਾਲ ਕੋਈ ਪ੍ਰਾਈਮ ਮਿਨਿਸਟਰ ਨਹੀਂ ਹੈ, ਕੋਈ ਪ੍ਰੈਜ਼ੀਡੈਂਟ ਤੋਂ ਇਲਾਵਾ ਕੋਈ ਅਥਾਰਟੀ ਨਹੀਂ ਹੈ, ਔਰ ਉਹ ਜਿਹੜੀ ਉੱਥੋਂ ਦਾ ਸੈਨੇਟ ਹੈਗਾ ਉਸ ਨੂੰ ਅਕਾਊਂਟੇਬਲ ਨਹੀਂ ਹੈ। ਇਹ ਬਹੁਤ ਫਰਕ ਹੈ, ਠੀਕ ਹੈ। ਹਾਲਾਂਕਿ ਸੈਰੇਮੋਨੀਅਲੀ ਜਿਹੜਾ ਪ੍ਰੈਜ਼ੀਡੈਂਟ ਆਫ ਇੰਡੀਆ ਹੈਗਾ ਉਹਦੇ ਕੋਲ ਪਾਵਰ ਹੁੰਦੀ ਹੈ, ਐਕਸਟਰਾਆਰਡੀਨਰੀ ਪਾਵਰਸ ਹੈਗੀਆਂ ਕਿ ਉਹ ਪ੍ਰਾਈਮ ਮਿਨਿਸਟਰ ਦੀ ਪਾਵਰ ਨੂੰ ਚੈੱਕ ਕਰ ਸਕਦਾ, ਪਰ ਉਹ ਕਰਨ ਤੋਂ ਪਹਿਲਾਂ ਉਸ ਨੂੰ ਫੇਰ ਜਿਹੜੀ ਪਰਮਿਸ਼ਨ ਹੈ ਉਹ ਕੈਬਨਿਟ ਤੋਂ, ਯੂਨੀਅਨ ਕੈਬਨਿਟ ਤੋਂ ਲੈਣੀ ਪੈਂਦੀ ਹੈ ਕਿ ਮੈਂ ਇਸ ਤਰ੍ਹਾਂ ਦੀ ਕਾਰਵਾਈ ਕਰਾਂ ਕਿ ਨਾ, ਵਿਚ ਮੀਨਸ ਕਿ ਉਹ ਇੱਕ ਰਬੜ ਸਟੈਂਪ ਹੀ ਬਣ ਜਾਂਦਾ, ਠੀਕ। ਮੈਂ ਇਹ ਆਪਾਂ ਥੋੜਾ ਜਿਹਾ ਇਹਨਾਂ ਦਾ ਵੀ ਲੈ ਲਈਏ ਵਿਚਾਰ, ਹਾਂ ਪਲੀਜ਼। ਚੌਹਾਨ ਸਾਹਿਬ ਦੇ ਵੀ, ਚੌਹਾਨ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸ ਚੀਜ਼ ਉੱਤੇ? ਨਹੀਂ, ਅਮਰੀਕਾ ਦੇ ਵਿੱਚ ਜਿਹੜਾ ਸਿਸਟਮ ਹੈ ਨਾ ਉਹਦੇ ਵਿੱਚ ਜਿਸ ਤਰ੍ਹਾਂ ਇਹ ਗੱਲ ਹੋਈ ਹੈ, ਤੁਸੀਂ ਉਹਨਾਂ ਨੇ ਕਿਹਾ ਕਿ ਉਹ ਮਤਲਬ ਡਾਇਰੈਕਟਲੀ ਚੁਣਦੇ ਆ, ਅੱਛਾ, ਉਹਦੇ ਵਿੱਚ ਉਹਨਾਂ ਦੇ ਪਹਿਲਾਂ ਦੇਖਿਆ ਜਾਂਦਾ ਪਾਰਟੀ ਜਿਹੜੀ ਹੈ ਨਾ, ਡਿਫਰੈਂਟ ਕੈਂਡੀਡੇਟਸ ਹੁੰਦੇ 4-5 ਜਾਂ ਜਿਹਨੇ ਪਾਰਟੀਆਂ ਚੁਣਦੀਆਂ ਪਹਿਲਾਂ ਵਿੱਚੋਂ ਵੀ ਜਦੋਂ 2 ਹੈਗੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਹੈਗਾ ਬਣ ਸਕਦਾ, ਤੇ ਉਹਨਾਂ ਦੀਆਂ ਡਿਸਕਸ਼ਨ ਕਰਾਈਆਂ ਜਾਂਦੀਆਂ, ਠੀਕ, ਤੇ ਉਹ ਡਿਸਕਸ਼ਨ ਦੇ ਵਿੱਚ ਫਿਰ ਉਹ ਗਾਹਾਂ ਦੇਖਦੇ ਕਿ ਉਹ ਆਮ ਰਾਏ ਟੋਟਲੀ ਡਿਫਰੈਂਸ ਹੈ, ਟੋਟਲੀ ਡਿਫਰੈਂਸ ਹੈ ਉਹਨਾਂ ਸਿਸਟਮ ਜਿਹੜਾ ਵਧੀਆ ਆਉਂਦੀ ਹੈ, ਉਹ ਤੇ ਪਾਵੇਲਾ ਪਾਰਟੀ ਸਿਲੈਕਟ ਕਰਦੇ ਕੈਂਡੀਡੇਟ, ਯੈਸ। ਉਹ ਫੰਡ ਮੈਂ ਇੱਕ ਪੁਆਇੰਟ ਮੇਰਾ ਤੁਸੀਂ ਕਰੋ ਗੱਲ, ਮੈਨੂੰ ਪਰਮਿਸ਼ਨ ਦਿਓ ਤਾਂ ਮੈਂ ਅੱਗੇ ਨਾ ਨਹੀਂ ਲਓ ਕਰੋ ਗੱਲ।
ਸ਼ਰਮਾ ਜੀ, ਇਹਦੇ ਵਿੱਚ ਦੋ ਚੀਜ਼ਾਂ ਸਾਹਮਣੇ ਆਉਂਦੀਆਂ। ਇੱਕ ਤਾਂ ਹੈ ਕਿ ਜਦੋਂ ਲੋਕ ਇਸ ਗੱਲ ਦੀ ਡਿਮਾਂਡ ਕਰਦੇ ਆ ਤਾਂ ਉਹ ਬੇਸਿਕਲੀ ਗਲਤ ਗੱਲ ਕਰ ਰਹੇ ਆ। ਠੀਕ ਹੈ, ਸਾਡਾ ਜਿਹੜਾ ਪਾਰਲੀਮੈਂਟਰੀ ਸਿਸਟਮ ਹੈ, ਲੋਕ ਨਹੀਂ ਕਰ ਰਹੇ, ਪੋਲੀਟੀਕਲ ਪਾਰਟੀਆਂ ਬੰਦੇ ਹੀ ਕਰ ਰਹੇ। ਪਾਰਟੀਆਂ ਦੀ ਗੱਲ ਕਰ ਲਓ, ਲੋਕ ਤਾਂ ਕਰ ਹੀ ਨਹੀਂ ਰਹੇ। ਚਲੋ ਆਪਾਂ ਇਦਾਂ ਕਹਿ ਲਈਏ ਵੀ ਜਿਹੜੇ ਵੀ ਇਸ ਦੀ ਡਿਮਾਂਡ ਕਰਦੇ ਆ ਗਲਤ ਕਰ ਰਹੇ ਆ। ਠੀਕ, ਗਲਤ ਠੀਕ। ਇਸ ਕਰਕੇ ਕਰ ਰਹੇ ਆ ਕਿਉਂਕਿ ਜਿਹੜਾ ਆਪਣਾ ਪਾਰਲੀਮੈਂਟਰੀ ਸਿਸਟਮ ਆਫ ਡੈਮੋਕ੍ਰੇਸੀ ਇੰਡੀਆ ਦੇ ਵਿੱਚ, ਉਹਦੇ ਵਿੱਚ ਇਨਡਾਇਰੈਕਟ ਸਿਲੈਕਸ਼ਨ ਹੈਗੀ ਆ। ਇਨਡਾਇਰੈਕਟ ਇਲੈਕਸ਼ਨ ਹੋਣ ਕਰਕੇ ਜਿਹੜਾ ਕੋਈ ਵੀ ਜਿਹੜਾ ਬੰਦਾ ਹੈਗਾ ਉਹ ਡਾਇਰੈਕਟਲੀ ਲੋਕਾਂ ਦੇ ਵੋਟਾਂ ਦੇ ਉੱਤੇ, ਵੋਟਾਂ ਪਾਉਣ ਉੱਤੇ ਸਿਲੈਕਟ ਨਹੀਂ ਹੁੰਦਾ, ਇਲੈਕਟ ਨਹੀਂ ਹੁੰਦਾ। ਠੀਕ ਹੈ ਜੀ। ਹੁਣ ਆ ਗਈ ਗੱਲ ਕਿ ਇਹ ਜਿਹੜਾ ਟ੍ਰੈਂਡ ਹੈ, ਇਹਦੇ ਪਿੱਛੇ ਡਰਾਈਵਿੰਗ ਫੋਰਸ ਕਿਹੜੀ ਹੈ? ਉਹ ਮੈਂ ਹੁਣਾ ਉਹਦੇ ਪੁਆਇੰਟ ਤੇ ਨਹੀਂ, ਮੈਂ ਤੁਹਾਨੂੰ ਪਹਿਲਾਂ ਉਹਦਾ ਆਧਾਰ ਦੱਸ ਦਿਆਂ। ਠੀਕ ਹੈ, ਬਾਕੀ ਆਪਾਂ ਡਿਟੇਲ ਬਾਅਦ ਚ ਕਰ ਲਾਂਗੇ। ਠੀਕ ਹੈ। ਉਹਦਾ ਆਧਾਰ ਕੀ ਹੈ ਸ਼ਰਮਾ ਜੀ, ਕਿ ਜਦੋਂ ਆਪਾਂ ਇਹ ਕਹਿੰਦੇ ਆ ਕਿ ਸਾਨੂੰ ਸੀਐਮ ਦਾ ਚਿਹਰਾ ਦਿਓ ਜਾਂ ਪ੍ਰਾਈਮ ਮਿਨਿਸਟਰ ਦਾ ਚਿਹਰਾ ਦਿਓ, ਠੀਕ ਠੀਕ, ਅਸੀਂ ਇੱਕ ਚੀਜ਼ ਨੂੰ ਇਗਨੋਰ ਕਰ ਰਹੇ ਆ, ਉਹ ਹੈ ਆਪਣਾ ਕਨਸਟੀਟਿਊਸ਼ਨ। ਯੈਸ, ਬਿਲਕੁਲ ਠੀਕ। ਆਪਾਂ ਨੂੰ ਤਾਂ ਇਹੋ ਜਿਹਾ ਬੰਦਾ ਚਾਹੀਦਾ ਜਿਹੜਾ ਕਿ ਸੰਵਿਧਾਨ ਮੁਤਾਬਕ, ਕਾਨੂੰਨ ਮੁਤਾਬਕ, ਕਾਇਦੇ ਕਾਨੂੰਨ ਜੋ ਵੀ ਰੂਲ ਆਫ ਦਾ ਲੈਂਡ ਹੈ ਉਹਦੇ ਮੁਤਾਬਕ ਕਾਰਵਾਈ ਕਰੇ। ਸੰਵਿਧਾਨ ਗਾਇਬ ਹੈ ਚੋਂ, ਸੰਵਿਧਾਨ ਦੀ ਗੱਲ ਨੂੰ ਛੱਡ ਕੇ ਜਦੋਂ ਅਸੀਂ ਬੰਦੇ ਦੇ ਮਤਲਬ ਜਦੋਂ ਕਹਿੰਦੇ ਕਿ ਇੱਕ ਪਰਸਨੈਲਿਟੀ ਸੈਂਟਰਿਕ ਜਾਂ ਹੀਰੋ ਸੈਂਟਰਿਕ ਗੱਲ ਕਰਨ ਲੱਗ ਜਾਂਦੇ ਆ, ਉਹਦਾ ਰਿਜ਼ਲਟ ਕੀ ਹੁੰਦਾ ਹੈ ਕਿ ਜਿਹੜਾ ਕਨਸਟੀਟਿਊਸ਼ਨ ਹੈ ਉਹ ਇਗਨੋਰ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਹੜਾ ਰੂਲ ਆਫ ਲਾਅ ਹੈ ਉਹ ਇਗਨੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇੱਕ ਫੋਕਸ ਆ ਜਾਂਦਾ ਬੰਦਾ, ਜੋ ਹਾਲਾਤ ਬੰਦਾ ਉਹ ਕਨਸਟੀਟਿਊਸ਼ਨ ਨੂੰ ਫੋਲੋ ਕਰੇਗਾ ਨਹੀਂ ਕਰੇਗਾ, ਇਸ ਗੱਲ ਦੀ ਕੋਈ ਗਾਰੰਟੀ ਨਹੀਂ। ਆਟੋਕ੍ਰੇਸੀ ਵੱਲ ਵਧ ਰਿਹਾ। ਕਿ ਸਾਨੂੰ ਇਸ ਗੱਲ ਦੀ ਗਾਰੰਟੀ ਚਾਹੀਦੀ ਹੈ ਕਿ ਜਿਹੜਾ ਬੰਦਾ ਸਾਡੇ ਤੇ ਰਾਜ ਕਰੇ ਉਹ ਸਾਡੇ ਨਾਲ ਜਿਹੜਾ ਕਨਸਟੀਟਿਊਸ਼ਨ ਜਿਹੜੀਆਂ ਗਾਰੰਟੀਆਂ ਦਿੱਤੀਆਂ ਗਈਆਂ ਉਹਦੇ ਮੁਤਾਬਕ, ਜਿਹੜਾ ਰੂਲ ਆਫ ਲਾਅ ਹੈ ਉਹਦੇ ਮੁਤਾਬਕ ਸਾਡੇ ਉੱਤੇ ਰਾਜ ਕਰੇ। ਬਿਲਕੁਲ ਠੀਕ। ਠੀਕ ਹੈ, ਇਹਦੇ ਨਾਲ ਇਸ ਟੈਂਡੈਂਸੀ ਦੇ ਨਾਲ ਜਦੋਂ ਤੁਸੀਂ ਸ਼ਰਮਾ ਜੀ ਪੜ੍ਹਦੇ ਹੋ ਨਾ ਕਿ ਜਿਹੜਾ ਪ੍ਰੈਜ਼ੀਡੈਂਸ਼ੀਅਲ ਸਿਸਟਮ ਆਫ ਡੈਮੋਕ੍ਰੇਸੀ ਹੈ, ਉਹਦਾ ਸਭ ਤੋਂ ਨੈਗੇਟਿਵ ਜਿਹੜਾ ਟ੍ਰੇਟ ਹੈ ਉਹ ਕੀ ਹੈ? ਉਹ ਹੈ ਆਟੋਕ੍ਰੇਸੀ। ਯੈਸ। ਜਦੋਂ ਆਪਾਂ ਸੀਐਮ ਦੇ ਚਿਹਰੇ ਦੀ ਗੱਲ ਕਰਦੇ ਆ ਜਾਂ ਪ੍ਰਾਈਮ ਮਿਨਿਸਟਰ ਦੇ ਚਿਹਰੇ ਦੀ ਗੱਲ ਕਰਦੇ ਆ ਤਾਂ ਅਸੀਂ ਇਨਡਾਇਰੈਕਟਲੀ ਇੱਕ ਬੰਦੇ ਨੂੰ ਲੋ ਨਾਲ ਜ਼ਿਆਦਾ ਜਿਹਨੂੰ ਕਹਿੰਦੇ ਬਿਗਰ ਦੈਨ ਲਾਈਫ, ਠੀਕ ਹੈ, ਸਾਈਜ਼, ਅਸੀਂ ਉਹਨੂੰ ਇੰਪੋਰਟੈਂਸ ਦੇਣੀ ਸ਼ੁਰੂ ਕਰ ਦਿੰਦੇ ਆ। ਔਰ ਰਿਜ਼ਲਟ ਕੀ ਹੁੰਦਾ ਹੈ ਕਿ ਸਾਡੀ ਕਨਸਟੀਟਿਊਸ਼ਨ ਦੀ ਜਿਹੜੀ ਕਿਤਾਬ ਹੈ ਉਹ ਬੰਦ ਹੋ ਜਾਂਦੀ ਹੈ ਔਰ ਬੰਦੇ ਦੀ ਜਿਹੜੀ ਪਰਸਨੈਲਿਟੀ ਔਰ ਟ੍ਰੇਟਸ ਹੈ ਉਹ ਸਾਰੇ ਦੇਸ਼ ਦੇ ਉੱਤੇ ਡੋਮੀਨੇਟ ਕਰਨਾ ਸ਼ੁਰੂ ਕਰ ਦਿੰਦੇ। ਇੱਥੇ ਗੱਲ ਉੱਪਰ ਕੇ ਆ ਗਈ ਨਾ, ਸਾਹਮਣੇ ਪ੍ਰੈਕਟੀਕਲੀ ਦਿਸ ਰਹੀ ਹੈ ਕਿ ਜਿਸ ਤਰ੍ਹਾਂ ਡੈਮੋਕ੍ਰੇਸੀ ਵਿੱਚ ਪਾਰਟੀਆਂ ਚੁਣਦੇ ਆਪਣੇ ਪ੍ਰੋਗਰਾਮ ਦਿੰਦੀਆਂ ਔਰ ਉਸ ਤੋਂ ਬਾਅਦ ਲੀਡਰ ਸਿਲੈਕਟ ਕੀਤਾ ਜਾਂਦਾ। ਹੁਣ ਮੋਦੀ ਸਾਹਿਬ ਇੱਕ ਐਗਜ਼ਾਮਪਲ ਹੈ। ਮੋਦੀ ਸਾਹਿਬ ਨੂੰ ਵੀ ਛੱਡੋ, ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਸੀ, ਕਾਂਗਰਸ ਦਾ ਚੀਫ ਮਿਨਿਸਟਰ ਸੀ, ਲੇਕਿਨ ਜਦੋਂ ਕਈ ਵਾਰ ਉਹਨਾਂ ਦੀ ਸਪੀਚਾਂ ਸੁਣੀ ਜਾਵੇ ਮੈਨੂੰ ਵੋਟ ਦਿਓ, ਮੈਨੂੰ ਲੋਕਾਂ ਨੇ ਜਿਤਾਇਆ। ਜਦੋਂ ਮੈਨੂੰ ਲੋਕਾਂ ਨੇ ਜਿਤਾਇਆ ਦਾ ਮਤਲਬ ਹੁੰਦਾ ਵੀ ਮੈਂ ਹੀ ਸਭ ਕੁਝ ਆ, ਐਮਐਲਏ ਜਾਂ ਪਾਰਟੀ ਕੁਝ ਨਹੀਂ। ਬਿਲਕੁਲ ਠੀਕ ਹੈ ਨਾ, ਕੁਝ ਨਹੀਂ ਹੈਗੀ। ਔਰ ਅੱਜ ਉਹਦਾ ਰਿਜ਼ਲਟ ਵੇਖ ਲਓ ਵੀ ਜਿਹੜੇ ਕਿ ਉਹਨੇ ਇਗਨੋਰ ਕੀਤੇ, ਜਿਹੜੇ ਦੂਜੇ ਲੋਕ ਚੁਣ ਕੇ ਆਏ ਸਨ, ਐਮਐਲਏ ਚੁਣ ਕੇ, ਮਿਲਣਾ ਵੀ ਨਹੀਂ ਉਹਨਾਂ ਨੂੰ, ਜਿਹੜੇ ਮਿਨਿਸਟਰ ਸਨ ਉਹਨਾਂ ਕੋਈ ਪਾਵਰ ਨਹੀਂ, ਅਫਸਰਸ਼ਾਹੀ ਸਾਰੀ ਡਰਾਈਵ ਕਰਦੀ ਸੀ ਸਰਕਾਰ ਨੂੰ। ਔਰ ਅੱਜ ਜਿਹੜੀ ਪੋਜੀਸ਼ਨ ਕਾਂਗਰਸ ਦੀ ਆ ਜੋ ਤੁਹਾਡੇ ਸਾਹਮਣੇ ਦੱਸਦੇ ਆ, ਇਸੇ ਤਰ੍ਹਾਂ ਦੂਜੀਆਂ ਅਕਾਲੀ ਦਲ ਹੈ, ਉਹਦੇ ਵਿੱਚ ਵੀ ਜਿਹੜਾ ਚੀਫ ਮਿਨਿਸਟਰ ਹੀ ਫੇਸ ਜਿਹੜਾ ਹੁੰਦਾ ਸੀ ਆਟੋਕ੍ਰੇਸੀ, ਵੀ ਬਾਕੀ ਜਿਹੜੇ ਮਿਨਿਸਟਰ ਸਨ ਉਹ ਸਿਰ ਡੰਮੀ ਸਨ, ਜੋ ਚੀਫ ਮਿਨਿਸਟਰ ਨੇ ਕਰਨਾ ਉਹਨੇ ਹੀ ਕਰਨਾ, ਜਾਂ ਜਿਹੜੇ ਮੰਤਰੀ ਸਨ ਜਾਂ ਜਿਹੜੇ ਬਿਊਰੋਕਰੇਟ ਸਨ ਉਹ ਉਹਦੀ ਮੰਨਦੇ ਸਨ। ਔਰ ਜਿਹੜੀ ਫਾਈਲ ਜਿੰਨਾ ਚਿਰ ਚੀਫ ਮਿਨਿਸਟਰ ਦਾ ਨਾ ਸਾਈਨ ਹੋਵੇ ਮਿਨਿਸਟਰਾਂ ਦੀ ਕੋਈ ਕੀਮਤ ਨਹੀਂ ਜਿੰਦੀ ਜਾਂਦੀ। ਔਰ ਜਿਹੜੀ ਮੀਟਿੰਗ ਹੁੰਦੀ ਸੀ ਕੈਬਨਿਟ 'ਚ ਉਹ ਇੱਕ ਫਾਰਮਲ ਮੀਟਿੰਗਸ ਹੁੰਦੀਆਂ ਸਨ ਸਾਰੀਆਂ। ਸ਼ਰਮਾ ਜੀ, ਉਹਨਾਂ ਨੂੰ ਹੀ ਮੰਤਰੀ ਬਣਾਇਆ ਜਾਂਦਾ ਸੀ ਜਿਹੜੇ ਉਹਨਾਂ ਦੇ ਖਾਸ ਬਾਤ ਜਿਹਦੇ ਪਿੱਛੇ ਪਿੱਠ ਹੋਈ ਨਾ, ਜਿਹੜੀ ਜੂਜ ਬਸ ਬਿਲਕੁਲ ਉਹ ਨਾ ਸਮਝ ਹੁੰਦੀ ਸੀ, ਨਾ ਉਹਨਾਂ ਨੂੰ ਕੋਈ ਐਡਮਿਨਿਸਟ੍ਰੇਸ਼ਨ ਨੌਲੇਜ ਹੁੰਦੀ ਸੀ, ਅਫਸਰ ਚਲਾਉਂਦੇ ਸੀ, ਅਫਸਰ ਹੀ ਸਮਝਾਉਂਦੇ ਸੀ। ਔਰ ਉਹਦੇ ਵਿੱਚ ਕਰਪਸ਼ਨ ਦਾ ਵੀ ਇੱਕ ਬੜਾ ਵੱਡਾ ਰੋਲ ਵੱਧ ਗਿਆ, ਅਫਸਰ ਖਾਣ ਲੱਗ ਪਏ। ਮੈਜੋਰਟੀ ਆਫ ਦੀ ਕਰਪਸ਼ਨ ਜਿਹੜੀ ਅਫਸਰਾਂ ਨੇ ਕੀਤੀ ਤੇ ਕੁਛ ਹੀ ਸਾਲ ਪੋਲੀਟੀਸ਼ੀਅਨ ਨੂੰ ਦੇਣਾ ਸ਼ੁਰੂ ਕਰ ਦਿੱਤਾ। ਔਰ ਇਹ ਸਾਡੇ ਸਾਹਮਣੇ ਰਿਜ਼ਲਟ ਹੈ। ਔਰ ਇਹਦਾ ਇਹ ਵੀ ਨਹੀਂ ਹੁਣ ਜਿਹੜਾ ਫੇਸ ਦੀ ਤੁਸੀਂ ਗੱਲ ਕੀਤੀ, ਆਪਾਂ ਕੀਤੀ ਹੈ ਵੀ ਫੇਸ, ਇਹ ਫੇਸ ਹੁਣ ਸਪੋਜ਼ ਕਿਸੇ ਪਾਰਟੀ ਦਾ ਫੇਸ ਆਪਾਂ ਚੀਫ ਮਿਨਿਸਟਰ ਡਿਕਲੇਅਰ ਕਰ ਦਿੰਦੇ ਆ, ਖੁਦਾ ਨਾ ਖਾਸਤਾ ਉਹ ਹਾਰ ਜਾਂਦਾ ਇਲੈਕਸ਼ਨ। ਅਸੀਂ ਚੀਫ ਮਿਨਿਸਟਰ ਸਪੋਜ਼ ਕਰਦੇ ਚੰਨੀ ਜਾਂ ਸੁਖਬੀਰ ਬਾਦਲ ਜਾਂ ਅਸੀਂ ਭਗਵੰਤ ਮਾਨ ਜਿਸ ਤਰ੍ਹਾਂ ਕੀਤਾ ਪੰਜਾਬ ਦੇ ਵਿੱਚ, ਇਹ ਤਿੰਨੇ ਹਾਰ ਜਾਂਦੇ ਆ ਇਲੈਕਸ਼ਨ। ਲੋਕ ਰਾਜ ਹੈ, ਲੋਕਾਂ ਵੋਟਾਂ ਪਾਉਣੀਆਂ। ਜੋ ਅੱਜ ਪੰਜਾਬ ਦਾ ਹਾਲਾਤ ਹੈ, ਕੋਈ ਭਰੋਸਾ ਹੀ ਕੋਈ ਨਹੀਂ ਵੀ ਕਿੱਥੇ ਵੋਟ ਚਲ ਜਾਣੀ ਹੈ। ਪੰਜ ਪਾਰਟੀਆਂ 'ਚ ਵੋਟਾਂ ਵੰਡੀਆਂ ਜਾ ਰਹੀਆਂ। ਹਾਂਜੀ ਹਾਂ, ਜਿੱਦਾਂ ਮਮਤਾ ਬੈਨਰਜੀ ਹਾਰ ਗਈ ਸੀ, ਅਗਰ ਦੂਜੀ ਥਾਂ ਤੋਂ ਨਾ ਇਲੈਕਸ਼ਨ ਲੜਦੀ ਹੁੰਦੀ ਉਹ ਤੇ ਉਹ ਮੁਸ਼ਕਲ ਸੀ ਉਹਦੇ ਵਾਸਤੇ। ਔਰ ਲੇਕਿਨ
ਇਹ ਗੱਲ ਇਹ ਸਾਹਮਣੇ ਆਉਂਦੀ ਹੈ ਵੀ ਜੇ ਹਾਰ ਜਾਵੇ ਕੈਂਡੀਡੇਟ ਤੇ ਫਿਰ ਡੈਮੋਕ੍ਰੇਸੀ ਕਿੱਥੇ ਗਈ, ਲੋਕਾਂ ਦਾ ਵੋਟ ਕਿੱਥੇ ਗਈ। ਇਹ ਮਜ਼ਾਕ ਹੀ ਹੈ ਵੀ ਫੇਸ ਨੂੰ ਡਿਕਲੇਅਰ ਕਰਨਾ, ਜਾਂ ਜਿਨ੍ਹਾਂ ਦੀਆਂ ਪਰਿਵਾਰਕ ਪਾਰਟੀਆਂ ਬਣ ਗਈਆਂ, ਜਿਸ ਤਰ੍ਹਾਂ ਜਿਹਨੂੰ ਬਾਦਲ ਦਲ, ਜਿਹੜਾ ਆਪਾਂ ਅਕਾਲੀ ਦਲ ਤਾਂ ਨਹੀਂ ਕਹਾਂਗੇ ਕਿਉਂਕਿ ਅਕਾਲੀ ਦਲ ਦਾ ਬੜਾ ਵੱਡਾ ਇਤਿਹਾਸ ਆ, ਬੜੀਆਂ ਕੁਰਬਾਨੀਆਂ ਨੇ, ਲੇਕਿਨ ਇਹ ਬਾਦਲ ਦਲ ਹੀ ਆਪਾਂ ਕਹਾਂਗੇ। ਤੇ ਕਾਂਗਰਸ ਵੀ ਅੱਜ ਆਪਾਂ ਇਹੀ ਕਹਾਂਗੇ ਵੀ ਗਾਂਧੀ ਦਲ ਆ, ਉਹਦਾ ਵੀ ਬੜਾ ਵੱਡਾ ਇਤਿਹਾਸ ਸੀ, ਲੇਕਿਨ ਉਹ ਵੀ ਇੱਕੋ ਪਰਿਵਾਰ ਦੇ ਗਲਬੇ ਥੱਲੇ ਆ। ਜਾਂ ਸਟੇਟਾਂ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਹੀ ਚਲਾਉਂਦਾ ਸੀ, ਬਾਕੀ ਕਿਸੇ ਦੀ ਗੱਲ ਨਹੀਂ ਸੀ ਹੁੰਦੀ। ਹੁਣ ਆਪਾਂ ਆਉਣੇ ਆ ਵੀ ਇਹਨਾਂ ਗੱਲਾਂ ਜਿਹੜੀਆਂ ਸਾਰੀਆਂ ਚੀਜ਼ਾਂ ਤੇ ਆ ਗਈ ਇਹ ਚੀਜ਼। ਹੁਣ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਕ੍ਰਾਈਸਿਸ ਆਇਆ ਲੀਡਰਸ਼ਿਪ ਦਾ, ਉਹਦੇ ਵਿੱਚ ਕੈਂਡੀਡੇਟ ਚੁਣਨਾ ਸੀ। ਜਦੋਂ ਕੰਸੈਂਸਸ ਲਿਆ ਗਿਆ, ਪਹਿਲਾਂ ਤੇ ਉੱਥੇ ਗੱਲ ਹੋਈ ਦਿੱਲੀ 'ਚ ਹਾਈ ਕਮਾਂਡ ਜਿਹੜੇ ਬੈਠੇ ਆਕਾ ਬੈਠੇ ਨੇ, ਅੰਬਿਕਾ ਸੋਨੀ ਨੇ ਕਿਹਾ ਵੀ ਜਦੋਂ ਜਿਹੜੇ ਝਾਖੜ ਸਾਹਿਬ ਨੇ ਉਹਨਾਂ ਦਾ ਨਾਂ ਆਇਆ ਵੀ ਇਹਨੂੰ ਬਣਾ ਦਿੰਦੇ, ਪੜ੍ਹਿਆ ਲਿਖਿਆ ਬੰਦਾ, ਸਮਝਦਾਰ ਆ, ਆਪੋਜੀਸ਼ਨ ਲੀਡਰ ਆ, ਤੇ ਅੰਬਿਕਾ ਸੋਨੀ ਨੇ ਇੱਕ ਬੜਾ ਵੱਡਾ ਇਲਜ਼ਾਮ ਲਾਤਾ ਵੀ ਇਹ ਹਿੰਦੂ ਨਹੀਂਗਾ, ਸਿੱਖ ਹੀ ਬਣ ਸਕਦਾ ਪੰਜਾਬ ਦਾ ਮੁੱਖ ਮੰਤਰੀ ਨੰਬਰ 1 ਤੇ। ਜਦੋਂ ਇਹ ਆਈ ਗੱਲ, ਆਪਾਂ ਇੱਥੇ ਇਹ ਆ ਜਾਂਦੇ, ਆਪਾਂ ਹੋਰ ਐਂਗਲ ਤੋਂ ਸੋਚਦੇ ਹਾਂ ਵੀ ਫਿਰ ਇਹ ਧਰਮ ਸੰਸਦ ਹੋਈ ਜਿਹੜੀ ਹਰਿਦੁਆਰ, ਜਾਂ ਲਖੀਮਪੁਰ 'ਚ ਘਟਨਾ ਘਟੀ, ਜਾਂ ਜਿਹੜਾ ਕਰਦਾ ਆ ਆਪਣਾ ਤੁਹਾਡਾ ਅਦਿੱਤਿਆਨਾਥ ਜੋਗੀ ਜਾਂ ਮੋਦੀ, ਇਹਨਾਂ ਲੋਕਾਂ ਤੇ ਧਰਮ ਦੇ ਨਾਂ ਤੇ ਸਿਆਸਤ ਕਰਦੇ ਆ, ਤੇ ਕਾਂਗਰਸ ਦੇ ਵਿੱਚ ਕੀ ਫਰਕ ਹੋ ਗਿਆ? ਇਹ ਸਿਧਾਂਤਕ ਤੌਰ ਤੇ ਤਾਂ ਨਹੀਂ ਗੱਲ ਵੀ ਹਿੰਦੂ ਹੀ ਬਣ ਸਕਦਾ, ਕਿਸੇ ਸਿਧਾਂਤ 'ਚ ਲਿਖਿਆ ਵੀ ਪੰਜਾਬ ਦਾ ਮੁੱਖ ਮੰਤਰੀ ਸਿੱਖ ਹੀ ਬਣ ਸਕਦਾ ਜਾਂ ਹੋਰ ਨਹੀਂ ਕੋਈ ਬਣ ਸਕਦਾ, ਜਿਹਦੇ ਪੱਗ ਹੋਵੇ ਉਹੀ ਬਣ ਸਕਦਾ, ਇਹ ਤੇ ਕਿਤੇ ਕਿਸੇ ਧਾਰਾ 'ਚ ਨਹੀਂ ਲਿਖਿਆ। ਇਹਦਾ ਕੀ ਮੈਸੇਜ ਜਾਂਦਾ? ਇਹਦਾ ਮਤਲਬ ਇਹ ਹੈ ਵੀ ਇਹ ਪੀਪਲਲੈਸ ਡੈਮੋਕ੍ਰੇਸੀ ਹੈ। ਇਹਦੇ ਬਾਰੇ ਦੱਸੋ ਕੁਝ। ਦੇਖੋ ਸ਼ਰਮਾ ਜੀ, ਇੱਕ ਤਾਂ ਤੁਹਾਨੂੰ ਯਾਦ ਹੋਣਾ ਆਪਾਂ ਪਹਿਲਾਂ ਵੀ ਇਹ ਇਸ਼ੂ ਨੂੰ ਬੜੇ ਡਿਟੇਲ 'ਚ ਡਿਸਕਸ ਕੀਤਾ ਸੀ ਕਿ ਅਨਫੋਰਚੂਨੇਟਲੀ ਕੇਂਦਰ 'ਚ ਵੀ ਔਰ ਰਾਜਾਂ 'ਚ ਵੀ ਇੱਕ ਤੁਸੀਂ ਕਹ ਲਓ ਜੁੰਡਲੀ ਬਣ ਗਈ, ਇੱਕ ਗਰੁੱਪ ਬਣ ਗਿਆ ਹੈਗਾ, ਸਾਰੀ ਪੋਲੀਟੀਕਲ ਪਾਰਟੀਆਂ ਦਾ, ਜਿਹੜੀਆਂ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਬਣ ਗਿਆ ਹੈਗਾ, ਠੀਕ ਹੈ, ਜਿਹੜੇ ਕਿ ਵਾਰੋ-ਵਾਰੀ ਰਾਜ ਕਰਦੇ ਆ। ਠੀਕ ਹੈ। ਔਰ ਇਸ ਪੀਰੀਅਡ ਦੌਰਾਨ ਇਹਨਾਂ ਦੇ ਆਪਸ 'ਚ ਬੜੇ ਅੱਛੇ ਗਹਿਰੇ ਸੰਬੰਧ ਵੀ ਬਣ ਗਏ ਆ, ਕੌਕਸ, ਜਦੋਂ ਕਿ ਲੋਕਾਂ ਨੂੰ ਇੱਕ ਦੂਜੇ ਨੂੰ ਬਾਹਰਲੇ ਪਾਸੇ ਦਿਖਾਣਗੇ ਕਿ ਅਸੀਂ ਬਹੁਤ ਲੜਦੇ ਪਏ ਆ, ਰਿਸ਼ਤੇਦਾਰੀਆਂ ਨੇ ਆਪਸ 'ਚ, ਪਰ ਅੰਦਰ ਇੱਕੋ ਹੈ, ਕਿਉਂਕਿ ਇਹਨਾਂ ਸਾਰਿਆਂ ਦਾ ਜਿਹੜਾ ਪਰਪਸ ਹੈ ਉਹ ਲੋਕਾਂ ਦੀ ਸੇਵਾ ਨਹੀਂ ਹੈਗਾ। ਠੀਕ ਹੈ। ਲੋਕਾਂ ਦੇ ਜਿਹੜੇ ਪ੍ਰੋਜੈਕਟ ਹੈ, ਲੋਕਾਂ ਦੇ ਨਾਮ ਤੇ ਜਿਹੜੇ ਪ੍ਰੋਜੈਕਟ ਹੈ, ਗਰੀਬ ਲੋਕਾਂ ਦੇ ਨਾਮ ਤੇ ਜਿਹੜੇ ਪ੍ਰੋਜੈਕਟ ਹੈ, ਠੀਕ ਹੈ, ਜਾਂ ਜਿਹੜੇ ਡਿਵੈਲਪਮੈਂਟ ਦੇ ਪ੍ਰੋਜੈਕਟ ਹੈ, ਉਹ 'ਚ ਪੈਸੇ ਖਾਣਾ। ਠੀਕ ਹੈ। ਹੁਣ ਕੁਐਸਚਨ ਆਉਂਦਾ ਕਿ ਜੇ ਸਾਰੀਆਂ ਪੋਲੀਟੀਕਲ ਪਾਰਟੀਆਂ ਇਸੇ ਪਾਸੇ ਹੀ ਚੱਲ ਪਈਆਂ, ਠੀਕ ਹੈ ਕਿ ਨਹੀਂ, ਉਹਨਾਂ ਦਾ ਜਿਹੜਾ ਏਮ ਹੈ ਉਹ ਇਹੀ ਹੈ, ਠੀਕ ਹੈ, ਤਾਂ ਤੁਸੀਂ ਦੇਖ ਲਓ ਕਿ ਫਿਰ ਬਾਕੀ ਤਾਂ ਗੱਲਾਂ ਰਹਿ ਜਾਂਦੀਆਂ ਪਿੱਛੇ। ਬਿਲਕੁਲ ਠੀਕ। ਤੁਸੀਂ ਦੱਸੋ ਨਾ ਕਿ ਹੁਣ ਜਦੋਂ ਆਪਾਂ ਕਾਂਗਰਸ ਦੀ ਗੱਲ ਕਰ ਰਹੇ ਹੈਗੇ ਆ, ਹੁਣ ਕਾਂਗਰਸ ਦਾ ਜਦੋਂ ਇਹਨਾਂ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੇ ਰਿਪਲੇਸ ਕਰਨਾ ਸੀ, 25 ਦਾ ਹੁਣ ਉਹ ਤਾਂ ਕਰਪਸ਼ਨ ਵਾਲੀ ਗੱਲ ਹੋ ਗਈ ਨਾ ਜੀ। ਅਸੀਂ ਕਰ ਰਹੇ ਕਿ ਜਿਹੜੀ ਇਲੈਕਸ਼ਨ ਹੋਈ ਸੀ ਚੰਨੀ ਦੀ, ਉਹਦੇ ਵਿੱਚ ਸਿਰਫ 2 ਵੋਟਾਂ ਕਹਿੰਦੇ ਚੰਨੀ ਸਾਹਿਬ ਨੂੰ ਪਈਆਂ। ਬਿਲਕੁਲ ਠੀਕ। ਠੀਕ ਹੈ। 45 ਦੇ ਕਰੀਬ ਜਾਖੜ ਨੂੰ ਪਈਆਂ। ਠੀਕ ਹੈ। ਇਸੇ ਤਰੀਕੇ ਨਾਲ 16 ਦੇ ਕਰੀਬ ਜਿਹੜਾ ਆਪਣਾ ਅੱਜ ਕੱਲ ਹੋਮ ਮਿਨਿਸਟਰ ਉਹਨੂੰ ਪਈਆਂ, ਰੰਧਾਵੇ ਨੂੰ। ਠੀਕ ਹੈ। 6 ਵੋਟਾਂ ਜਿਹੜੀਆਂ ਉਹ ਸਿੱਧੂ ਨੂੰ ਪਈਆਂ। ਹੁਣ ਤੁਸੀਂ ਉੱਥੋਂ ਅੰਦਾਜ਼ਾ ਲਾਓ ਕਿ ਜਿਹੜਾ ਬੰਦਾ ਸਭ ਤੋਂ ਜ਼ਿਆਦਾ, ਠੀਕ ਹੈ, ਹਰਮਨ ਪਿਆਰਾ ਲੋਕਾਂ ਦੇ ਵਿੱਚ, ਡੈਮੋਕ੍ਰੇਸੀ ਕੀ ਡਿਮਾਂਡ ਕਰਦੀ ਹੈ ਕਿ ਉਸ ਨੂੰ ਚੀਫ ਮਿਨਿਸਟਰ ਬਣਾਇਆ ਜਾਏ, ਜਿਹੜਾ ਲੋਕਾਂ 'ਚ ਪਿਆਰਾ ਹੋਵੇ। ਠੀਕ ਹੈ। ਪਰ ਹੋ ਕੀ ਰਿਹਾ, ਜਾਂ ਪਾਰਟੀ ਵੀ ਜਾਵੇ ਜਿਨ੍ਹਾਂ ਦੇ, ਪਰ ਹੋ ਕੀ ਰਿਹਾ ਕਿ ਜਿਸ ਬੰਦੇ ਕੋਲ ਸਭ ਤੋਂ ਘੱਟ ਵੋਟ ਹੈ ਉਹਨੂੰ ਚੀਫ ਮਿਨਿਸਟਰ ਬਣਾਤਾ, ਉਹਨੂੰ ਚੀਫ ਮਿਨਿਸਟਰ ਬਣਾ ਰਹੇ ਹੋ ਤੁਸੀਂ। ਮਤਲਬ ਆਪਾਂ ਇਹ ਇੱਕ ਐਗਜ਼ਾਮਪਲਾਂ ਦੇ ਰਹੇ ਹੈਗੇ ਆ ਜਸਟ ਟੂ ਪ੍ਰੂਵ ਕਿ ਸਾਡੀ ਡੈਮੋਕ੍ਰੇਸੀ ਕਿੱਧਰ ਨੂੰ ਜਾ ਰਹੀ ਹੈ। ਅਭੀ ਕਾਂਗਰਸ ਪਾਰਟੀ ਇੱਕ ਵਾਰ ਧਰਮ ਸੰਸਦ ਨੂੰ ਗਾਲਾਂ ਕੱਢਣ ਦਈ ਹੈ, ਤੇ ਆਪ ਤੁਸੀਂ ਜਾਤੀਗਤ ਕਰਦੇ ਆ। ਦੇਖੋ ਨਾ, ਤੁਸੀਂ ਕਹਿੰਦੇ ਹੋ ਕਿ ਅਸੀਂ ਸੈਕੂਲਰ ਪਾਰਟੀਆਂ, ਠੀਕ ਹੈ, ਜਦੋਂ ਸੈਕੂਲਰ ਹੈਗੇ ਹੋ ਤਾਂ ਫਿਰ ਜਿਹੜੇ ਆਪਣੇ ਜਾਖੜ ਸਾਹਿਬ ਹੈ ਉਹਦੇ 'ਚ ਕੀ ਕਮੀ ਹੈ ਕਿ ਉਹ ਚੀਫ ਮਿਨਿਸਟਰ ਨਹੀਂ ਬਣ ਸਕਦੇ? ਪੜ੍ਹਿਆ ਲਿਖਿਆ ਬੰਦਾ, ਠੀਕ ਹੈ, ਹੀ ਇਜ਼ ਐਜੂਕੇਟਡ, ਇੰਨੇ ਉਹਨਾਂ ਦਾ ਐਕਸਪੀਰੀਅੰਸ ਹੈ, ਇੰਨਾ ਉਹਨਾਂ ਕੋਲ ਜਿਹੜਾ ਹੈਗਾ ਤਜਰਬਾ ਐਜ਼ ਐਮਐਲਏ, ਫਿਰ ਪਾਰਟੀ ਦੇ ਪ੍ਰਧਾਨ ਰਹੇ, ਆਪੋਜੀਸ਼ਨ ਲੀਡਰ ਆ, ਫਿਰ ਉਹ ਆਪੋਜੀਸ਼ਨ ਦਾ ਲੀਡਰ ਵੀ ਰਿਹਾ, ਫਿਰ ਸਾਰੇ ਨਾਲ ਉਹਨੇ ਗੁੱਡ ਇਕੁਏਸ਼ਨ ਰੱਖੀ ਹੋਈ ਹੈ, ਜਿਹਦਾ ਰਿਜ਼ਲਟ ਕੀ ਸੀ ਕਿ ਉਹਨੂੰ ਮੈਜੋਰਿਟੀ ਐਮਐਲਏਸ ਨੇ ਚੂਜ਼ ਕੀਤਾ ਕਿ ਸਾਡਾ ਨਵਾਂ ਚੀਫ ਮਿਨਿਸਟਰ ਹੋਣਾ ਚਾਹੀਦਾ। ਡੈਮੋਕ੍ਰੇਸੀ ਫਿਰ ਜਿਹੜੀ ਹੈ ਦੋ ਵਾਲੇ ਪਾਸੇ ਪੈ ਗਈ। ਇੱਥੇ ਤੋਂ ਮੈਂ ਤੁਹਾਡੀ ਗੱਲ ਰੁਕ ਲਗਾ ਵੀ ਅਸੀਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੇ ਵੀ ਅਸੀਂ ਕੋਈ ਝਾਖੜ ਸਾਹਿਬ ਦੀ ਵਕਾਲਤ ਨਹੀਂ ਕਰ ਰਹੇ, ਅਸੀਂ ਸਿਰਫ 10 ਫੈਕਟਸ ਤੇ ਗੱਲ ਕਰ ਰਹੇ ਹਾਂ। ਝਾਖੜ ਸਾਹਿਬ ਨੇ ਵੀ ਕਈ ਬੇਕੂਫੀਆਂ ਕੀਤੀਆਂ, ਬੜੀਆਂ ਵੱਡੀਆਂ ਬੇਕੂਫੀ ਕੀਤੀਆਂ, ਸਟੇਟਮੈਂਟਸ ਵੀ ਆ ਰਹੀਆਂ ਨੇ, ਔਰ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਉਹ ਵੇਲੇ ਘੁੱਗੂ ਜਿਹੇ ਬਣੇ ਰਹੇ ਨੇ, ਉਹਨਾਂ ਕੋਈ ਗੱਲ ਕੋਈ ਕੀਤੀ ਨਹੀਂ ਹੈ ਇਹਦੇ ਪਾਰਟੀ ਪ੍ਰਧਾਨ। ਲੇਕਿਨ ਜਿਹੜੀ ਫੈਕਟਸ ਦੀ ਗੱਲ ਅਸੀਂ ਕਰ ਰਹੇ, ਕੋਈ ਉਹਦੀ ਵਕਾਲਤ ਨਹੀਂ ਕਰ ਰਹੇ,
ਇਫੈਕਟਸ ਤੇ ਗੱਲ ਕਰ ਰਹੇ ਹਾਂ। ਹਾਂਜੀ, ਹੁਣ ਦੇਖੋ ਨਾ, ਭਾਵੇਂ ਉਹ ਅੰਬਿਕਾ ਸੋਨੀ ਹੈ ਜਿਸ ਨੇ ਕਿ ਇਸ ਤਰ੍ਹਾਂ ਦੀ ਨੈਗੇਟਿਵ ਗੱਲ ਕਰਤੀ ਕਿ ਪੰਜਾਬ ਦੇ ਵਿੱਚ ਜਿਹੜਾ ਚਿਹਰਾ ਹੈਗਾ ਉਹ ਜੱਟ ਤੇ ਸਿੱਖ ਹੋਣਾ ਚਾਹੀਦਾ, ਦੋਵੇਂ ਚੀਜ਼ਾਂ ਜਦੋਂ ਹੁਣ ਹਾਲਾਂਕਿ ਜਿਹੜੀ ਜੱਟ ਵਾਲੀ ਗੱਲ ਹੈਗੀ ਉਹ ਚੰਨੀ ਸਾਹਿਬ ਦੇ ਕੇਸ ਦੇ ਵਿੱਚ ਕੱਟੀ ਗਈ। ਠੀਕ ਹੈ, ਫਸਟ ਟਾਈਮ ਹੈ ਕਿ ਵੀ ਇੱਕ ਜਿਹੜਾ ਹੈਗਾ ਦਲਿਤ ਨੂੰ ਤੁਸੀਂ ਚੀਫ ਮਿਨਿਸਟਰ ਦਾ ਚਿਹਰਾ ਬਣਾਇਆ ਔਰ ਜਿਹੜਾ ਇਲੈਕਟ ਕੀਤਾ। ਠੀਕ, ਹੁਣ ਆ ਗਈ ਗੱਲ ਸ਼ਰਮਾ ਜੀ, ਜਿਹੜਾ ਇਸ ਤੋਂ ਬਾਅਦ ਦਾ ਕੁਐਸਚਨ ਹੈਗਾ ਉਹ ਹੈਗਾ ਕਿ ਜਿਹੜਾ ਲਖੀਮਪੁਰ ਖੀਰੀ ਚ ਹੋਇਆ, ਆ ਜਿਹੜੀਆਂ 2 ਧਰਮ ਸੰਸਦ ਹੋਈਆਂ ਜਿਹਦੇ ਵਿੱਚ ਕਿ ਸ਼ਰੇਆਮ ਜਿਹੜੇ ਹਿੰਦੂ ਧਰਮ ਦੇ ਵੱਡੇ ਜਿਹੜੇ ਸੰਤ ਮਹਾਤਮਾ ਹੈਗੇ ਆ ਜਾਂ ਜਿਹੜੇ ਪੋਲੀਟੀਕਲੀ ਕੋਈ ਕਨੈਕਸ਼ਨ ਰੱਖਦੇ ਆ ਬੀਜੇਪੀ ਦੇ ਨਾਲ, ਉਹਨਾਂ ਨੇ ਸ਼ਰੇਆਮ ਆਵਾਜ਼ ਦਿੱਤੀ ਹੈ ਕਿ ਜਿਹੜੇ ਇਹਨੂੰ ਕਹਿ ਲਓ ਵੀ ਤੁਸੀਂ ਜੈਨੋਸਾਈਡ ਵਾਲੀ ਗੱਲ ਕਹਿ ਲਓ, ਜੈਨੋਸਾਈਡ, ਠੀਕ ਹੈ, ਇਟਸ ਅ ਜੈਨੋਸਾਈਡ ਆਈ ਵਿਲ ਕਾਲ, ਠੀਕ ਹੈ, ਇਹਨਾਂ ਨੇ ਕਾਲ ਦਿੱਤੀ ਆ ਫॉर ਜੈਨੋਸਾਈਡ, ਠੀਕ ਹੈ, ਕਿ ਜਿਹੜੇ ਇਨਸਟੀਗੇਟ ਕੀਤਾ ਕਿ ਜਿਹੜੇ ਮੁਸਲਮਾਨ ਕਮਿਊਨਿਟੀ ਦੇ ਬੰਦੇ ਹੈਗੇ ਆ, ਠੀਕ ਹੈ, ਉਹਨਾਂ ਦਾ ਕਤਲੇਆਮ ਕੀਤਾ ਜਾਏ, ਮਿਨੋਰਿਟੀਜ਼ ਦਾ। ਔਰ ਮੈਂ ਹੈਰਾਨ ਆ ਕਿ ਇੰਨਾ ਸਮਾਂ ਬੀਤਣ ਤੋਂ ਬਾਅਦ ਵੀ ਨਾ ਤਾਂ ਕਿਸੇ ਪੋਲੀਟੀਕਲ ਪਾਰਟੀ ਨੇ ਇਸ ਨੂੰ ਕੰਡੈਮ ਕੀਤਾ, ਨਾ ਹੀ ਸੁਪਰੀਮ ਕੋਰਟ ਜਾਂ ਜੁਡੀਸ਼ਰੀ ਨੇ ਇਸ ਦੇ ਵਿੱਚ ਇੰਟਰਫੇਅਰ ਕੀਤਾ। ਆਪਾਂ ਇਹ ਕੀ ਗੱਲ ਸਾਬਤ ਕਰਨਾ ਚਾਹੁੰਦੇ ਆ ਇਸ ਪ੍ਰੋਸੈਸ ਦੁਆਰਾ ਕਿ ਸਾਡਾ ਜਿਹੜਾ ਦੇਸ਼ ਹੈ ਉਹ ਕਿਸ ਪਾਸੇ ਜਾ ਰਿਹਾ ਹੈ? ਪੀਪਲ ਐਟ ਡੈਮੋਕ੍ਰੇਸੀ ਹੋ ਰਹੀ ਨਾ। ਦੇਖੋ ਨਾ, ਹੁਣ ਜੇ ਅਸੀਂ ਅੱਜ ਉਹ ਜਿਹੜੇ ਬੰਦੇ ਧਰਮ ਸੰਸਦ ਕਰ ਰਹੇ ਆ, ਜੇ ਅੱਜ ਅਸੀਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਤਾਂ ਅਸੀਂ ਆਪਣੇ ਲਈ ਕੰਡੇ ਬੀਜ ਰਹੇ ਹਾਂ। ਚੌਹਾਨ ਸਾਹਿਬ ਕੋਈ ਕਹੋਗੇ ਤੁਸੀਂ ਐਸੇ ਤੇ? ਮੈਂ ਵੀ ਇਹੋ ਹੀ ਹੈ, ਮੇਰਾ ਵੀ, ਕਿ ਮਤਲਬ ਇਹ ਬਹੁਤ ਮਾੜੀ ਗੱਲ ਹੈ ਕਿ ਜੋ ਕਿਸੇ ਇੱਕ ਖਾਸ ਫੈਕਸ਼ਨ ਨੂੰ ਜਾਂ ਧਰਮ ਦੇ ਇੱਕ ਭਾਗ ਨੂੰ ਇੱਦਾਂ ਕਿਹਾ ਜਾਂਦਾ ਤੇ ਉਹ ਮਤਲਬ ਇਕੱਲਾ ਹੀ ਬੜਾ ਅਨਫੋਰਚੂਨੇਟ ਹੈ ਇਹ ਡੈਮੋਕ੍ਰੇਸੀ ਲਈ ਵੀ ਤੇ ਗਾਹਾਂ ਫਿਊਚਰ ਲਈ ਵੀ, ਜਿਹੜਾ ਦੇਸ਼ ਦੀ ਇੰਟੈਗ੍ਰਿਟੀ, ਡਿਵੈਲਪਮੈਂਟ, ਇਕਨੋਮਿਕ ਡਿਵੈਲਪਮੈਂਟ ਵਾਸਤੇ ਇਹਦਾ ਬੜੇ ਇੰਟਰਨੈਸ਼ਨਲ ਇੰਪੈਕਟ ਕੀ ਪੈਂਦੇ ਨੇ, ਹੋ ਸਕਦੇ, ਦੁਨੀਆ ਕਿੱਧਰ ਜਾ ਰਹੀ ਹੈ, ਗਰੋਥ ਕਿੱਧਰ ਕਰ ਰਹੀ ਹੈ। ਠੀਕ ਹੈ, ਕਿਸ ਤਰ੍ਹਾਂ ਦੀ ਸੋਚ ਰੱਖ ਕੇ ਅਸੀਂ ਬੈਠੇ ਹਾਂ। ਤੁਸੀਂ ਇਸ ਪੁਆਇੰਟ ਤੇ ਕਹਿਣਾ ਚਾਹੋਗੇ ਕੁਝ? ਦੇਖੋ ਸ਼ਰਮਾ ਜੀ, ਮੈਂ ਤਾਂ ਇੰਨੀ ਕਹਿਣਾ ਹੈਗਾ ਕਿ ਜਿਹੜਾ ਇਹ ਪ੍ਰੋਸੈਸ ਚੱਲਿਆ ਹੈਗਾ ਜਿਹਦੇ ਵਿੱਚ ਕਿ ਜਿਹੜੀ ਰੂਲਿੰਗ ਪਾਰਟੀ ਹੈ ਜਾਂ ਉਹਦੇ ਨਾਲ ਜਿਹੜੇ ਸਾਥੀ ਪਾਰਟੀਆਂ ਹੈਗੀਆਂ ਉਹਨਾਂ ਵੱਲੋਂ ਇਸ ਕਾਰਵਾਈ ਦੀ ਜਿਹੜੀ ਜਿਹਨੂੰ ਖੰਡਨ ਕਰਨਾ ਬਣਦਾ ਹੈਗਾ ਨਹੀਂ ਕੀਤਾ ਗਿਆ, ਬਲਕਿ ਮੈਂ ਸਮਝਦਾ ਸੀ ਕਿ ਜਿਹੜੇ ਬੰਦੇ ਇਸ ਤਰ੍ਹਾਂ ਦਾ ਕੰਮ ਕਰਦੇ ਹੈਗੇ ਆ ਉਹਨਾਂ ਦੇ ਵਿਰੁੱਧ ਜਿਹੜੀ ਕਾਨੂੰਨੀ ਕਾਰਵਾਈ, ਸੰਵਿਧਾਨਿਕ ਕਾਰਵਾਈ ਹੋਣੀ ਚਾਹੀਦੀ, ਉਹ ਕਰਨੀ ਬਣਦੀ ਸੀ। ਠੀਕ ਹੈ, ਬਟ ਇੱਕ ਟ੍ਰੈਂਡ ਬਣ ਗਿਆ। ਦੇਖੋ ਸ਼ਰਮਾ ਜੀ, ਟ੍ਰੈਂਡ ਇੱਥੇ ਨਹੀਂ ਖੜਾ, ਟ੍ਰੈਂਡ ਇੱਥੇ ਵੀ ਹੈ ਕਿ ਜਿਹੜਾ ਨਥੂਰਾਮ ਗੋਡਸੇ ਹੈ, ਠੀਕ ਹੈ, ਜਿਹੜਾ ਵਾਇਲੈਂਸ ਦਾ ਇੱਕ ਤੁਸੀਂ ਕਹ ਲਓ ਵੀ ਇੱਕ ਸਿੰਬਲ ਹੈ, ਪ੍ਰਤੀਕ ਹੈ ਅੱਤਵਾਦ ਦਾ, ਅਸੀਂ ਉਹਨੂੰ ਵੀ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਔਰ ਕੋਈ ਐਕਸ਼ਨ ਨਹੀਂ। ਪਾਰਲੀਮੈਂਟ ਮੈਂਬਰ ਬੋਲ ਰਹੇ ਨੇ। ਦੇਖੋ ਜਿਹੜਾ ਹੈਗਾ ਹੈ ਮਹਾਤਮਾ ਗਾਂਧੀ ਨੂੰ ਆਪਾਂ ਫਾਦਰ ਆਫ ਦਾ ਨੇਸ਼ਨ ਕਹਿੰਦੇ ਆ, ਠੀਕ ਹੈ, ਉਹਦੇ ਹਥਿਆਰੇ ਨੂੰ, ਠੀਕ ਹੈ, ਆਪਾਂ ਆਨਰ ਕਰਨ ਲੱਗ ਗਏ ਆ, ਦੇਸ਼ ਭਗਤ ਕਹਿ ਰਹੇ ਹਾਂ, ਆਪਾਂ ਉਹਨੂੰ ਦੇਸ਼ ਭਗਤ ਕਹਿੰਦੇ ਆ। ਮਤਲਬ ਇਹ ਟ੍ਰੈਂਡ ਕਿਸ ਪਾਸੇ ਜਾ ਰਿਹਾ? ਹਿਸਟਰੀ ਜਿਹੜੀ ਹੈ ਉਹਨੂੰ ਆਪਾਂ ਤੋੜ ਰਹੇ ਆ, ਉਹਨੂੰ ਆਪਣੇ ਹਿਸਾਬ ਨਾਲ ਜਿਹੜੀ ਹੈ ਹਿਸਟਰੀ ਨੂੰ ਲਿਖਣ ਦੀ ਕੋਸ਼ਿਸ਼ ਕਰ ਰਹੇ ਆ, ਠੀਕ ਆ, ਉਹਦੇ ਵਿੱਚ ਕਿੰਨੀਆਂ ਚੀਜ਼ਾਂ ਅਸੀਂ ਡਿਸਟੋਰਟ ਕਰ ਰਹੇ ਆ। ਇੱਥੇ ਗੱਲ ਇਹ ਨਿਕਲਦੀ ਹੈ ਨਾ ਵੀ ਵੇਖੋ ਆਪਾਂ ਬੀਜੇਪੀ ਨੂੰ ਤੇ ਕੰਡੈਮ ਕਰ ਹੀ ਰਹੇ ਆ ਵੀ ਉਹ ਕਿੱਧਰ ਚੱਲ ਰਹੀ ਹੈ ਜਾਂ ਦੇਸ਼ ਦੀ ਦਿਸ਼ਾ ਨੂੰ ਕਿੱਧਰ ਲਿਜਾ ਰਹੀ ਹੈ। ਇਹਦੇ ਵਿੱਚ ਆਪਾਂ ਕਾਂਗਰਸ ਨੂੰ ਵੀ ਮਾਫ ਨਹੀਂ ਕਰ ਸਕਦੇ, ਬਿਲਕੁਲ ਨਹੀਂ ਮਾਫ। ਉਹ ਵੀ ਵੋਟਾਂ ਦੀ ਖਾਤਰ ਖੁਦਗਰਜੀ ਜਾਤੀਗਤ ਡਿਸੀਜਨ ਜਾਂ ਇਸ਼ੂ ਲੈਂਦੀ ਆ ਔਰ ਇਦਾਂ ਦੇ ਜਿਤਨਾ ਡਿਸੀਜਨ ਪੰਜਾਬ ਚ ਲਏ ਆ। ਔਰ ਇਹਦਾ ਫੇਰ ਇੱਕ ਵੱਡੀ ਗਲਤੀ ਕਰਨ ਜਾ ਰਹੀ ਕਾਂਗਰਸ ਵੀ ਜਿਹੜੀ ਸੀਐਮ ਫੇਸ ਜਿਹੜਾ ਆ ਉਹ ਡਿਕਲੇਅਰ ਕਰਨ ਜਾ ਰਹੀ ਹੈ ਇਲੈਕਸ਼ਨ ਤੋਂ ਪਹਿਲਾਂ, ਜਦ ਕਿ ਇਹ ਲੋਕਾਂ ਦੇ ਨੁਮਾਇੰਦਿਆਂ ਦੇ ਅਧਿਕਾਰ ਹੈ ਡੈਮੋਕ੍ਰੈਟਿਕ। ਔਰ ਨੈਕਸਟ ਟਾਈਮ ਤੇ ਜਿਹੜੀ ਦੂਜੀ ਅਸੈਂਬਲੀ ਆਉਣੀ ਆ ਉਹ ਕਿਹੜਾ ਐਮਐਲਏ, ਕਈ ਲੀਡਰ ਹਰ ਜਾਣੇ ਆ ਜੋ ਪੰਜਾਬ ਦੇ ਹਾਲਾਤ ਨੇ, ਕਈ ਜਿੱਤ ਜਾਣੇ ਆ, ਕਿੱਦਾਂ ਦੀ ਸਿਚੁਏਸ਼ਨ ਡਿਵੈਲਪ ਹੋ ਕੇ ਆਉਂਦੀ, ਉਹਨਾਂ ਦਾ ਹੱਕ ਹੈ, ਪ੍ਰੋਵੋਕੇਟਿਵ ਰਾਈਟ ਹੈ ਉਹਨਾਂ ਦਾ, ਡੈਮੋਕ੍ਰੈਟਿਕ ਰਾਈਟ ਹੈ, ਸੰਵਿਧਾਨਿਕ ਰਾਈਟ ਹੈ ਵੀ ਉਹ ਲੋਕ ਆਪਣਾ ਲੀਡਰ ਚੁਣ ਔਰ ਪਾਰਟੀ ਨੂੰ ਦੱਸਣ ਵੀ ਆਹ ਲੀਡਰ ਸਾਨੂੰ ਪਸੰਦ ਆ। ਸ਼ਰਮਾ ਜੀ, ਇਹੀ ਗੱਲ ਸੀ ਜਿਹਦਾ ਰਿਜ਼ਲਟ ਕੀ ਨਿਕਲਿਆ ਸੀ ਕਿ ਜਿਹੜਾ ਯੋਗੀ ਹੈ ਸੀਐਮ ਜਾਂ ਜਿਹੜਾ ਹਰਿਆਣੇ ਦਾ ਸੀਐਮ ਹੈਗਾ, ਠੀਕ ਹੈ, ਉਹ ਇਸੇ ਤਰੀਕੇ ਨਾਲ ਤਾਂ ਬੈਕਡੋਰ ਐਂਟਰੀ ਹੋਈ ਹੈ ਉਹਨਾਂ ਦੀ, ਬੈਕਡੋਰ ਐਂਟਰੀ ਹੈ। ਔਰ ਅੱਜ ਉੱਥੋਂ ਦੇ ਅੱਜ ਸਿਆਸੀ ਹਾਲਾਤ ਵੇਖ ਲਓ ਫਿਰ ਦੋਨਾਂ ਸਟੇਟਾਂ ਦੇ। ਦੇਖੋ ਜੇ ਉਹ ਆਪਣੇ ਖੱਟੜ ਸਾਹਿਬ ਹੋਏ ਜਾਂ ਯੋਗੀ ਹੈ, ਇਹ ਦੋਵਾਂ ਨੂੰ ਡਾਇਰੈਕਟਲੀ ਜਿਹੜਾ ਹੈ ਪ੍ਰਾਈਮ ਮਿਨਿਸਟਰ ਦੀ ਛਤਰ ਜਾਂ ਬੈਕਿੰਗ ਦੇ ਨਾਲ ਜਿਹੜਾ ਚੀਫ ਮਿਨਿਸਟਰ ਬਣਾਇਆ ਗਿਆ। ਔਰ ਇਹ ਜਿਹੜਾ ਜੋ ਆਪਣਾ ਡੈਮੋਕ੍ਰੇਸੀ ਦੇ ਵਿੱਚ ਪ੍ਰੋਵੀਜ਼ਨ ਹੈਗੇ ਆ
ਕਿ ਐਮਐਲਏ ਚੁਣਨਗੇ, ਠੀਕ ਹੈ, ਉਹ ਜਿਹੜੇ ਜਿਨ੍ਹਾਂ ਨੂੰ ਆਸ ਹੈਗੀ ਸੀ ਕਿ ਸਾਨੂੰ ਚੀਫ ਮਿਨਿਸਟਰ ਬਣਾਉਣਗੇ ਉਹਨਾਂ ਨੂੰ ਤਾਂ ਡਿਸਕਸ ਹੀ ਨਹੀਂ ਕੀਤਾ ਗਿਆ। ਯਾਨੀ ਇੱਕ ਨੌਨ ਇਸ਼ੂ ਨੂੰ ਇਸ਼ੂ ਬਣਾਇਆ ਜਾ ਰਿਹਾ ਤੇ ਜਿਹੜੇ ਰੀਅਲ ਇਸ਼ੂਜ਼ ਹੈ ਉੱਥੇ ਆਉਣ ਲੱਗਾ ਮੈਂ, ਉੱਥੇ ਆਉਣ ਲੱਗਾ ਹੁਣ ਮੈਂ ਉਸੇ ਚੀਜ਼ ਤੇ ਆਉਣ ਲੱਗਾ ਵੀ ਜਿਹੜੇ ਵੇਖੋ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਲੀਡਰ ਕੌਣ ਬਣੇਗਾ, ਸੀਐਮ ਫੇਸ ਹੋਏ ਤੇ ਜਿਹੜੇ ਅਸਲ ਮੁੱਦੇ ਪੰਜਾਬ ਦੇ ਇਸ਼ੂਲੈਸ ਹੋ ਰਹੇ ਆ, ਚਿਹਰਾ ਮੂਹਰੇ ਆ ਗਿਆ। ਜਿਹੜੇ ਮਾਫੀਆ ਨੇ ਲੁੱਟਿਆ ਪੰਜਾਬ ਦੀ ਸਾਧਨਾਂ ਨੂੰ ਸੰਸਾਧਨਾਂ ਨੂੰ ਔਰ ਜਿਹੜੀਆਂ ਨਸ਼ੇ ਵੇਚੇ, ਉਹ ਅੱਜ ਜਿਹੜੀ ਨਰੇਸ਼ਨ ਬਣ ਰਹੀ ਆ ਮੀਡੀਆ ਦੀ, ਅੱਜ ਉਹ ਪਰਸਨੈਲਿਟੀ ਕਲਟ ਦੇ ਵਿੱਚ ਕਨਵਰਟ ਹੋ ਰਹੇ ਆ ਔਰ ਆਪੋ ਵਿੱਚ ਝਗੜਾ ਕਰ ਰਿਹਾ ਔਰ ਐਡੀ ਵੱਡੀ ਸੋਚੀ ਸਮਝੀ ਚਾਲ ਦੇ ਨਾਲ ਜਿਹੜਾ ਪੰਜਾਬ ਦੀ ਗੱਲ ਕਰਦਾ, ਪੰਜਾਬ ਦੇ ਲੋਕਾਂ ਦੀ ਗੱਲ ਕਰਦਾ, ਜਾਂ ਕਿੱਦਾਂ ਪੰਜਾਬ ਨੂੰ ਆਰਥਿਕ ਤੌਰ ਤੇ ਉਭਾਰਿਆ ਜਾ ਸਕਦਾ, ਉਹ ਮੁੱਦੇ ਪਿੱਛੇ ਰਹਿ ਗਏ ਆ। ਸ਼ਰਮਾ ਜੀ, ਇਹ ਲੋਕਾਂ ਨੂੰ ਜਿਹੜਾ ਹੈ ਗੁੰਮਰਾਹ ਕੀਤਾ ਜਾ ਰਿਹਾ ਹੈ। ਹਾਂ, ਲੋਕਾਂ ਨੂੰ ਕਿਸ ਤਰ੍ਹਾਂ ਗੁੰਮਰਾਹ ਕੀਤਾ ਜਾ ਰਿਹਾ ਮੈਂ ਇਹਨੂੰ ਐਕਸਪਲੇਨ ਕਰਦਾ। ਦੇਖੋ, ਆਪਣੇ ਲਈ ਸੀਐਮ ਭਾਵੇਂ ਚੰਨੀ ਬਣੇ ਜਾਂ ਕੋਈ ਬਣੇ, ਸਿੱਧੂ ਬਣੇ, ਕੋਈ ਵੀ ਸੁਖਬੀਰ ਬਣੇ, ਮਾਨ ਬਣੇ, ਠੀਕ ਗੱਲ ਹੈ, ਠੀਕ ਹੈ, ਸਾਨੂੰ ਦੱਸੋ ਕਿ ਇਸ ਪ੍ਰੋਸੈਸ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਇਸ ਗੱਲ ਨੂੰ ਡਿਸਕਸ ਕਰ ਰਹੀ ਹੈ ਕਿ ਜਿਹੜਾ ਆਮ ਪੰਜਾਬੀ ਹੈ ਉਹਦਾ ਕੀ ਇਸ਼ੂ ਹੈ। ਦੇਖੋ, ਪ੍ਰੋਬਲਮ ਕੀ ਹੈ, ਪੰਜਾਬ ਦੀ ਆਮਦਨ ਕਿ ਜਿਹੜਾ ਕਿੱਦਾਂ ਦਾ? ਆਮ ਪੰਜਾਬੀ ਹੈ ਉਹਦੇ ਜਿਹੜੇ ਮਸਲੇ ਹੈ ਉਹ ਤਾਂ ਸਾਰੇ ਜਿਹੜੇ ਹੈ ਬੈਕਗ੍ਰਾਉਂਡ ਤੇ ਹਾਂ, ਉਹ ਬੈਕਗ੍ਰਾਉਂਡ ਆ ਪੰਜਾਬ ਕਰਜਾਈ ਹੈ, ਇਨਫਰਾਸਟ੍ਰਕਚਰ ਪੰਜਾਬ ਦਾ ਕੀ ਹੋਏਗਾ, ਉੱਥੋਂ ਦੀ ਆਉਣ ਵਾਲੀ ਆਮਦਨ ਕਿੱਦਾਂ ਵਧਾਵਾਂਗੇ। ਜਾਂ ਕੋਈ ਵੀ ਬੰਦਾ ਇਹੋ ਜਿਹਾ ਹੋਏ ਜਿਹੜਾ ਕਹਿੰਦਾ ਹੋਏ ਕਿ ਜੀ ਮੈਂ ਇਹ ਮੁੱਦੇ ਹੈਗੇ ਆ, ਮੈਂ ਵਚਨਬੱਧ ਹਾਂ ਕਿ ਮੈਂ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਆਵਾਂਗਾ ਔਰ ਇਹਨਾਂ ਨੂੰ ਮੈਂ ਸੋਲਵ ਕਰਾਂਗਾ। ਤੁਸੀਂ ਦੱਸੋ ਇੱਕ ਬੰਦਾ ਵੀ ਹੈ ਇਹਨਾਂ ਦਾ ਜਿਹੜਾ ਕਿ ਇਸ ਗੱਲ ਲਈ ਕਮਿਟਡ ਹੋਏ? ਕੋਈ ਬੰਦਾ ਨਹੀਂ ਹੈ, ਕੋਈ ਨਹੀਂ ਹੈਗਾ। ਸਿਰਫ ਇਹ ਵੀ ਮੈਨੂੰ ਚੀਫ ਮਿਨਿਸਟਰ ਬਣਾ ਦਿਓ, ਠੀਕ ਹੈ, ਬਸ ਦੈਟਸ ਇਟ। ਇਹਦਾ ਮਤਲਬ ਇਹ ਹੈ ਵੀ ਜਿਹੜੀ ਸੋਚੀ ਸਮਝੀ ਚਾਲ ਦੇ ਨਾਲ ਜਿਹੜਾ ਪਿੱਛੇ ਲੌਬੀਆਂ ਕੰਮ ਕਰਦੀਆਂ ਨੇ, ਪੋਲੀਟੀਕਲ ਲੌਬੀਜ਼ ਕੰਮ ਹੁੰਦੀਆਂ ਨੇ, ਇਹਦਾ ਮਤਲਬ ਇਹ ਹੋਇਆ ਵੀ ਜਿਹੜੇ ਆਪਾਂ ਹੁਣ ਇਲੈਕਸ਼ਨ ਦੇ ਵਿੱਚ ਵੱਡੇ ਜਿਹੜੇ ਹੈਗੇ ਧਨੰਤਰ ਲੀਡਰ ਨੇ ਪੰਜਾਬ ਦੇ, ਜਿਹੜਾ ਸਿੱਧੂ ਆ, ਮਜੀਠੀਆ ਕਹਿ ਲਓ, ਜਾਂ ਸੁਖਬੀਰ ਬਾਦਲ ਆ, ਜਾਂ ਇਹਨਾਂ ਦੇ ਕਈਆਂ ਦੇ ਮੁਕਾਬਲੇ ਦੇ ਮੇਨ ਲੀਡਰ ਹੀ ਨਹੀਂ ਹੈਗੇ, ਲੜਦੇ ਟਫ ਮੁਕਾਬਲਾ ਵੀ ਨਹੀਂ ਹੈਗਾ। ਆਮ ਲਾਈਟ ਜੇ ਕੈਂਡੀਡੇਟ ਦਿੱਤੇ, ਕੈਪਟਨ ਅਮਰਿੰਦਰ ਸਿੰਘ ਕੈਪਟਨ ਪਟਿਆਲੇ ਲੜ ਰਹੇ, ਉਹਦੇ ਬਰਾਬਰ ਦੇ ਵਿੱਚ ਹਲਕਾ ਜਿਹਾ ਕੈਂਡੀਡੇਟ ਦਿੱਤਾ ਕਾਂਗਰਸ ਨੇ ਵੀ, ਸਾਰੀਆਂ ਪੋਲੀਟੀਕਲ ਪਾਰਟੀਆਂ ਨੇ। ਇਸੇ ਤਰ੍ਹਾਂ ਸੁਖਬੀਰ ਬਾਦਲ ਦੀ ਪੋਜੀਸ਼ਨ ਹੈ। ਇਸੇ ਹੁਣ ਪੰਜਾਬ ਦੇ ਜਿਹੜਾ ਗਹਿ ਗਿਆ ਸਿੱਧੂ ਦਾ ਤੇ ਮਜੀਠੀ ਦਾ, ਕੋਈ ਵੀ ਆਊਟਸਾਈਡ ਤੋਂ ਲਿਆ ਕੇ ਉਹਨੂੰ ਉੱਥੇ ਲੜਾਤਾ, ਜਦ ਕਿ ਮਜੀਠੀਆ ਜੇਕਰ ਹਲਕਾ ਖਾਲੀ ਕੀਤਾ ਹੈ ਤੇ ਕਿਸੇ ਕਾਂਗਰਸੀ ਵਰਕਰ ਨੂੰ, ਕਿਸੇ ਅਕਾਲੀ ਵਰਕਰ ਨੂੰ ਸੀਟ ਦਿੰਦੇ, ਉੱਥੋਂ ਲੋਕਲ ਜਿਹੜੇ ਉਹਦੇ ਪ੍ਰਕਾਸ਼ ਸਿੰਘ ਮਜੀਠੀਆ ਫੈਮਿਲੀ ਆ, ਕਈ ਹੋਰ ਫੈਮਿਲੀਜ਼ ਹੈਗੀਆਂ, ਉਹਨਾਂ ਨੂੰ ਦਿੱਤੀ ਜਾ ਸਕਦੀ ਸੀ, ਲੇਕਿਨ ਕਬਜ਼ਾ ਆਪਣਾ ਹੀ ਰੱਖਣਾ ਹੈ। ਦੂਜਾ ਪਾਸੇ ਇਹਦਾ ਨਹੀਂ, ਇੱਕ ਮੈਨੂੰ ਗੱਲ ਕਰ ਲੈਂਦਾ ਪੂਰੀ, ਲਿਸਟ ਜਿਹੜਾ ਹੋਲਡ ਹੈ ਨਾ ਉਹ ਨਹੀਂ ਖਤਮ ਹੋ ਰਿਹਾ ਮੈਨੂੰ ਪੂਰੀ ਇਹਦੇ ਵਿੱਚ ਇਹਦਾ ਮਤਲਬ ਕੋਈ ਲੌਬੀ ਐਸੀ ਹੈ ਵੀ ਜਿਹੜੀ ਪੰਜਾਬ ਨੂੰ, ਜੋ ਪੰਜਾਬ ਦੀ ਇਸ ਵਕਤ ਦੀ ਜ਼ਰੂਰਤ ਆ, ਲੋਕਾਂ ਨੂੰ ਮੀਡੀਆ ਵਿੱਚ ਹੀ ਦੋਸ਼ੀ ਹੋਣਾ ਹੀ ਵੀ ਪੈਸਾ ਬੜਾ ਆ ਰਿਹਾ, ਇਸ ਲਈ ਮੀਡੀਆ ਨੇ ਇੰਟਰਵਿਊ ਲੈਣ ਦਾ ਮੈਂ ਪਤਾ ਲੱਗਾ। ਇਹ ਲੋਕ ਜਿਹੜੇ ਨੇ ਵੀ ਜਿਹੜਾ ਨਰੇਸ਼ਨ ਹੈ, ਜਿਹੜੀ ਨਰੇਟ ਕਰ ਰਹੇ ਨੇ ਪੰਜਾਬ ਦੀ ਪੋਲਿਟਿਕਸ ਨੂੰ, ਇਹ ਡਿਫਰੈਂਟ ਪਾਸੇ ਨਹੀਂ ਲਿਜਾ ਰਹੇ ਔਰ ਜੋ ਪੰਜਾਬ ਦੀਆਂ ਇਸ਼ੂ ਨੇ ਉਹਨਾਂ ਨੂੰ ਅਵੋਇਡ ਕੀਤਾ ਜਾ ਰਿਹਾ ਔਰ ਲੋਕਾਂ ਨੂੰ ਕਨਫਿਊਜ਼ ਕੀਤਾ ਜਾ ਰਿਹਾ। ਇਹਦੇ ਬਾਰੇ ਇਹ ਸ਼ਰਮਾ ਜੀ, ਜਿਹੜੀ ਤੁਸੀਂ ਪਹਿਲੀ ਗੱਲ ਕੀਤੀ ਆ ਨਾ ਕਿ ਵੀ ਏਦਾਂ ਕਿਉਂ ਹੋ ਰਿਹਾ, ਇਹ ਜਿਹੜਾ ਇੱਕ ਬੰਦੇ ਦੇ ਆਲੇ ਦੁਆਲੇ ਕਿਉਂ ਸਾਰੀ ਸਿਆਸਤ ਘੁੰਮਣ ਲੱਗ ਜਾਂਦੀ ਹੈ, ਇਹ ਸਾਰਾ ਜਿਹੜਾ ਚੱਕਰ ਹੈਗਾ, ਇਹ ਸਾਰਾ ਇੱਕ ਫਿਊਡਲਿਸਟਿਕ ਟੈਂਡੈਂਸੀ ਹੈ, ਇਹ ਫਿਊਡਲਿਜ਼ਮ ਦੀ ਪ੍ਰੋਡਕਟ ਹੈ। ਜਿੰਨਾ ਚਿਰ ਉਹ ਜਿਹੜਾ ਸਿਸਟਮ ਨਹੀਂ ਬ੍ਰੇਕ ਹੁੰਦਾ, ਜਿਹਦੇ ਵਿੱਚ ਭਾਈ ਭਤੀਜਾਵਾਦ ਨਹੀਂ ਖਤਮ ਹੁੰਦਾ, ਜਿਹਦੇ ਵਿੱਚ ਇਹ ਨਹੀਂ ਹੁੰਦਾ ਕਿ ਸਾਡੀ ਫੈਮਿਲੀ ਹੈ, ਆ ਸਾਡਾ ਹੀ ਹੱਕ ਬਣਦਾ ਰਾਜ ਕਰਨ ਦਾ, ਠੀਕ ਹੈ, ਜਿੰਨਾ ਚਿਰ ਉਹ ਨਹੀਂ ਟੁੱਟਦਾ ਉਹਨਾਂ ਚਿਰ ਇਹੀ ਕੁਝ ਹੋਣੀ ਜਾਣਾ। ਚਲੋ ਠੀਕ ਉਧਰੋਂ ਇਸ਼ਾਰਾ ਸਮਾਂ ਹੋ ਗਿਆ, ਬਸ 1 ਮਿੰਟ 'ਚ ਆਪਾਂ ਕਰ ਦੇਣਾ ਪੂਰਾ ਪ੍ਰੋਗਰਾਮ। ਤੇ ਮੈਂ ਮਾਫੀ ਚਾਹਣਾ ਜਵਾਨ ਸਾਹਿਬ ਤੋਂ ਵੀ। ਇਹਦਾ ਮਤਲਬ ਇਹ ਹੈ ਵੀ ਤਾਂ ਸੰਯੁਕਤ ਜਿਹੜਾ ਸਮਾਜ ਮੋਰਚਾ ਉਹਨੂੰ ਮੰਜਾ ਚੋਣ ਨਿਸ਼ਾਨ ਮਿਲ ਗਿਆ, ਉਹ ਵੀ ਹੁਣ ਖੁੱਲ੍ਹ ਕੇ ਮੈਦਾਨ 'ਚ ਸ਼ਾਇਦ ਆਉਣਗੇ ਔਰ ਪਿਕਚਰ ਕਲੀਅਰ ਹੋ ਗਈ ਆ। ਔਰ ਪੰਜਾਬ ਦੇ ਲੋਕਾਂ ਨੇ ਨੂੰ ਜਿਸ ਤਰ੍ਹਾਂ ਕਨਫਿਊਜ਼ ਕੀਤਾ ਇਹਨਾਂ ਪੋਲੀਟੀਕਲ ਪਾਰਟੀਆਂ ਨੇ, ਪੰਜਾਬ ਦੇ ਲੋਕ ਬੜੇ ਸਿਆਣੇ ਨੇ। ਮੈਂ ਸਮਝਦਾ ਵੀ ਆਉਣ ਵਾਲੀ ਇਲੈਕਸ਼ਨ ਜਿਹੜੀ ਆ ਰਹੀ ਫਰਵਰੀ ਦੇ ਵਿੱਚ, 20 ਫਰਵਰੀ ਨੂੰ ਵੋਟਾਂ ਪੈ ਰਹੀਆਂ, ਪੰਜਾਬ ਵਾਲੇ ਇੱਕ ਚਮਤਕਾਰ ਦਿਖਾਉਣਗੇ ਪੰਜਾਬ ਦੇ ਵੋਟਰ, ਔਰ ਚੰਗੇ ਲੀਡਰ ਔਰ ਇਮਾਨਦਾਰ ਲੀਡਰ ਜਿਹੜੇ ਕਿ ਡਿਸਾਈਡ ਕਰ ਸਕਣ ਦੇ ਲੋਕਾਂ ਦੇ ਕਿਸਮਤ ਦਾ ਫੈਸਲਾ ਔਰ ਇਮਾਨਦਾਰੀ ਨਾਲ ਪੰਜਾਬ ਦੇ ਇਸ਼ੂਆਂ ਨਾਲ ਲੜ ਸਕਣ ਔਰ ਮਾਫੀਆ ਦਾ ਖਾਤਮਾ ਹੋ ਸਕੇ। ਇਹੀ ਮੈਂ ਉਮੀਦ ਕਰਦਾ ਪੰਜਾਬ ਦੇ ਵੋਟਰਾਂ ਤੋਂ ਔਰ ਲੋਕਾਂ ਤੋਂ ਕਿ ਲੋਕ ਸੇਧ ਲੈਣਗੇ ਔਰ ਆਪਣੀ ਵੋਟ ਦਾ ਸਹੀ ਤਰੀਕੇ ਨਾਲ ਵਰਤੋਂ ਕਰਨਗੇ। ਜੈ ਹਿੰਦ। ਸਤਿ ਸ਼੍ਰੀ ਅਕਾਲ।